प्रोग्राम खास खबर देख रहे दर्शकों का स्वागत। मैं हाँ कमलजीत सिद्धू ते तुसीं देख रहे हो द पंजाब टॉक्स। दोस्तों, अकाली भाजपा गठजोड़ दीआं संभावनावां दे उत्ते अजकल चर्चा छिड़ी हुई है, पर किवें इकट्ठे होणगे पुराने दुश्मन, इस दे उत्ते चर्चा करांगे। तो दूसरी खबर आ कि ग्यासपुरा लुधियाना दे विच गैस लीक दा मामला होया सी। उस मामले दे विच किन्ने लोग जिहड़े सी मारे गए सीगे, ਤਾਂ ਕੀ ਵਜ੍ਹਾ ਬਣੀ ਸੀ ਉਹਦਾ ਖੁਲਾਸਾ ਹੁਣ ਆ ਗਿਆ, ਰਿਪੋਰਟ ਸਾਹਮਣੇ ਆਈ ਆ ਤੇ ਕੀ ਅਜਿਹੇ ਕਾਰਨ ਬਣਦੇ ਨੇ, ਇਹਨਾਂ ਤੇ ਰੌਸ਼ਨੀ ਪਾਵਾਂਗੇ। ਪਹਿਲੀ ਖਬਰ ਵੱਲ ਆਉਂਦੇ ਆ। ਅਕਾਲੀ ਦਲ ਅਤੇ ਭਾਜਪਾ ਦੇ ਵਿਚਾਲੇ ਗੱਠਜੋੜ ਦੀਆਂ ਅਟਕਲਾਂ ਲੱਗ ਰਹੀਆਂ ਨੇ। ਪੰਜਾਬ ਦੀ ਸਿਆਸਤ ਵਿੱਚ ਇਹ ਮੁੱਦਾ ਛਾਇਆ ਹੋਇਆ ਆ ਕਿ ਅਕਾਲੀ ਦਲ ਤੇ ਭਾਜਪਾ ਦਾ ਮੋੜ ਗੱਠਜੋੜ ਹੋਵੇਗਾ। ਹਾਲਾਂਕਿ ਪਿਛਲੇ ਦਿਨੀ ਸੁਖਬੀਰ ਬਾਦਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਦਾ ਕਹਿਣਾ ਆ ਕਿ ਇਹੋ ਜੀ ਕੋਈ ਗੱਲ ਨਹੀਂ। ਤੇ ਦੂਸਰੇ ਪਾਸੇ ਪੰਜਾਬ ਭਾਜਪਾ ਦੇ ਜਿਹੜੇ ਪ੍ਰਧਾਨ ਵਿਜੇ ਰੂਪਾਨੀ ਆ, ਉਹਨਾਂ ਨੇ ਵੀ ਇਸ ਗੱਲ ਦਾ ਖੰਡਨ ਕੀਤਾ ਆ। ਕੋਈ ਸਿਰਫ ਤੇ ਸਿਰਫ ਗੱਲਬਾਤ ਨੂੰ ਕਿਸੇ ਪਾਸੇ ਨਹੀਂ ਲਾਇਆ ਗਿਆ, ਯਾਨੀ ਵਿੱਚ ਵਿਚਾਲਾ ਜਾ ਕੀਤਾ ਹੋਇਆ ਵੀ ਹਜੇ ਕੁਝ ਵੀ ਨਹੀਂ ਆ ਰਿਹਾ। ਦੂਸਰੇ ਪਾਸੇ ਜਿਵੇਂ ਬਸਪਾ ਸੀ ਤੇ ਬਸਪਾ ਵਾਲੇ ਵੀ ਕਹਿ ਰਹੇ ਸੀਗੇ, ਬਸਪਾ ਦੇ ਜਿਹੜੇ ਪ੍ਰਧਾਨ ਆ, ਪੰਜਾਬ ਪ੍ਰਧਾਨ, ਉਹ ਕਹਿ ਰਹੇ ਸੀਗੇ ਜੀ ਸਾਨੂੰ ਵੀ ਸ਼ੱਕ ਜਿਹਾ ਪੈ ਰਿਹਾ ਹੈ ਕਿ ਜੇ ਇਸ ਤਰੀਕੇ ਨਾਲ ਅਕਾਲੀ ਫਿਰ ਭਾਜਪਾ ਨਾਲ ਰਲਦੇ ਆ ਤੇ ਫਿਰ ਅਸੀਂ ਜਿਹੜਾ ਆ ਕੋਈ ਆਪਣਾ ਜਿਹੜਾ ਸਟੈਂਡ ਆ ਉਹ ਵੇਖਾਂਗੇ, ਜਾਂ ਫਿਰ ਜੋ ਸਾਡੀ ਸੁਪਰੀਮੋ ਮਾਇਆਵਤੀ ਜੀ ਕਹਿਣਗੇ ਉਹਦੇ ਮੁਤਾਬਕ ਚੱਲਾਂਗੇ। ਫਿਲਹਾਲ ਹੁਣ ਜਿਹੜੀਆਂ ਇਹ ਅਟਕਲਾਂ ਲੱਗ ਰਹੀਆਂ ਨੇ, ਪਰ ਇਹਦੇ ਪਿੱਛੇ ਇੱਕ ਹੋਰ ਵੀ ਵੱਡੀ ਗੱਲ ਆ। ਮੰਨ ਕੇ ਚੱਲੋ ਜੇ ਇਹ ਗੱਠਜੋੜ ਹੋ ਵੀ ਜਾਂਦਾ ਹੈ ਤਾਂ ਅਕਾਲੀ ਦਲ ਦੇ ਤਾਂ ਵਿਰੋਧੀ ਬੜੇ ਸੀਗੇ ਜਿਹੜੇ ਕਾਂਗਰਸ ਦੇ ਵਿੱਚ ਉਧਰ ਗਏ ਆ, ਜਾਂ ਉਹਨਾਂ ਦੀ ਆਪਣੀ ਪਾਰਟੀ ਨੂੰ ਛੱਡ ਕੇ ਭਾਜਪਾ ਦੇ ਵਿੱਚ ਗਏ ਆ, ਤੇ ਫਿਰ ਇਹ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਕਿਵੇਂ ਹੋਣਗੇ? ਇੱਕ ਦੂਜੇ ਦੇ ਖਿਲਾਫ ਤਾਂ ਇਹਨਾਂ ਨੇ ਰੱਜ ਬੋਲਿਆ, ਰੱਜ ਦੂਸ਼ਣਬਾਜ਼ੀਆਂ ਕੀਤੀਆਂ ਆ, ਔਰ ਪੂਰੀ ਜਿਹੜੀ ਨਾ ਤਾਣ ਲਾਇਆ ਸੀਗਾ ਇੱਕ ਦੂਜੇ ਦੀਆਂ ਕਮੀਆਂ ਕਮਜ਼ੋਰੀਆਂ ਉਜਾਗਰ ਕਰਨ ਦੇ ਲਈ। ਪਰ ਸਵਾਲ ਤਾਂ ਇੱਥੇ ਇਕੱਠਾ ਇਹ ਹੁੰਦਾ ਆ ਕਿ ਜੇ ਗੱਠਜੋੜ ਹੋ ਜਾਂਦਾ ਆ ਤੇ ਫਿਰ ਜਿਹੜੇ ਪੁਰਾਣੇ ਦੁਸ਼ਮਣ ਆ ਉਹ ਆਖਰ ਇੱਕ ਪਲੇਟਫਾਰਮ ਤੇ ਇਕੱਠੇ ਕਿੰਜ ਹੋਣਗੇ? ਇਹਨਾਂ ਵਿੱਚ ਅਕਾਲੀ ਦਲ ਦੇ ਉਹ ਪੁਰਾਣੇ ਨੇਤਾ ਵੀ ਸ਼ਾਮਲ ਆ ਜੋ ਕੁਝ ਸਮਾਂ ਪਹਿਲਾਂ ਸੁਖਬੀਰ ਬਾਦਲ ਖਿਲਾਫ ਮੋਰਚਾ ਖੋਲ੍ਹ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਸਨ, ਜਿਸ ਵਿੱਚ ਮੁੱਖ ਰੂਪ ਦੇ ਵਿੱਚ ਮਨਜਿੰਦਰ ਸਿਰਸਾ ਦਿੱਲੀ ਦੇ ਸਿੱਖ ਹਲਕਿਆਂ ਦੇ ਵਿੱਚ ਇੱਕ ਵੱਡਾ ਨਾਮ ਆ ਜਿਹੜਾ ਭਾਜਪਾ 'ਚ ਸ਼ਾਮਲ ਹੋਇਆ। ਕਦੇ ਮਨਜਿੰਦਰ ਸਿਰਸੇ ਉੱਤੇ ਸੁਖਬੀਰ ਬਾਦਲ ਹੋਰੀ ਮਾਣ ਕਰਦੇ ਹੁੰਦੇ ਸੀਗੇ ਕਿ ਦਿੱਲੀ ਵਿੱਚ ਸਾਡਾ ਹੋੜ ਆ, ਔਰ ਦਿੱਲੀ ਵਿੱਚ ਮਨਜਿੰਦਰ ਸਿਰਸਾ ਜਿਹੜੇ ਆ ਉਹ ਛਾਏ ਹੋਏ ਆ। ਤੇ ਉਹ ਫਿਰ ਇਹੋ ਜਿਹਾ ਵੇਲਾ ਵੀ ਆਇਆ ਕਿ ਮਨਜਿੰਦਰ ਸਿਰਸਾ ਜਦੋਂ ਕਿਸਾਨ ਅੰਦੋਲਨ ਚੱਲਿਆ, ਉਦੋਂ ਵੀ ਜਿਹੜੇ ਕਿਸਾਨ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਦਿੱਲੀ ਪੁਲਿਸ ਵੱਲੋਂ। ਜਦੋਂ ਉਹਨਾਂ ਦੀ ਰਿਹਾਈ ਹੁੰਦੀ ਸੀ ਨਾ, ਤੇ ਮਨਜਿੰਦਰ ਸਿਰਸਾ ਅਕਸਰ ਨਜ਼ਰ ਆਉਂਦੇ ਹੁੰਦੇ ਸੀ, ਕਿਉਂਕਿ ਸੋਸ਼ਲ ਮੀਡੀਆ 'ਤੇ ਵੀ ਕਾਫੀ ਉਹ ਹਾਵੀ ਰਹਿੰਦੇ ਆ ਤੇ ਉਹ ਉਹਨਾਂ ਨੂੰ ਸਨਮਾਨਿਤ ਕਰਦੇ ਸੀਗੇ। ਕਈ ਅਟਕਲਾਂ ਉਦੋਂ ਵੀ ਲੱਗਦੀਆਂ ਸੀਗੀਆਂ ਕਿ ਭਾਜਪਾ ਦੇ ਰਾਜ ਵਿੱਚ ਮਨਜਿੰਦਰ ਸਿਰਸਾ ਅਕਾਲੀ ਆਗੂ ਆ, ਇਹ ਕਿਵੇਂ ਉਹਨਾਂ ਮੁੰਡਿਆਂ ਨੂੰ ਸਨਮਾਨਿਤ ਕਰ ਰਿਹਾ, ਜਦੋਂ ਕਿ ਹਾਲਾਤ ਹੀ ਇਹੋ ਜਿਹੇ ਸੀਗੇ ਕਿ ਭਾਜਪਾ ਦੇ ਖਿਲਾਫ ਜਿਹੜਾ ਸੀਗਾ ਸਾਰਾ ਹੀ ਮੁਲਕ ਚੱਲ ਰਿਹਾ ਸੀਗਾ ਕਿਸਾਨ ਅੰਦੋਲਨ ਨੂੰ ਲੈ ਕੇ। ਪਰ ਫਿਰ ਇੱਕ ਦਿਨ ਅਜਿਹਾ ਵੀ ਆਇਆ ਕਿ ਮਨਜਿੰਦਰ ਸਿਰਸਾ ਜਿਹੜੇ ਸੀਗੇ ਉਹ ਇੱਕੋ ਦਮ ਹੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ। ਔਰ ਫਿਰ ਉਹ ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਸੀਗੇ, ਔਰ ਉਹਨਾਂ ਨੇ ਉਸ ਤੋਂ ਵੀ ਉਹ ਪਾਸੇ ਹਟ ਗਏ। ਤਾਂ ਇੱਦਾਂ ਕਰਕੇ ਇੱਕ ਅਕਾਲੀ ਦਲ ਨੂੰ ਵੱਡਾ ਝਟਕਾ ਮਨਜਿੰਦਰ ਸਿਰਸਾ ਦੇ ਰੂਪ ਵਿੱਚ ਲੱਗਿਆ ਸੀ। ਔਰ ਮਨਜਿੰਦਰ ਸਿਰਸਾ ਜਿਵੇਂ ਹੁਣ ਦਿੱਲੀ ਦੇ ਵਿੱਚ ਭਾਜਪਾ ਦੇ ਨੇੜੇ ਆ, ਤੇ ਜਿਵੇਂ ਉਹ ਵਧੀਆ ਬੁਲਾਰੇ ਆ, ਜਿਸ ਤਰੀਕੇ ਦੇ ਨਾਲ ਉਹ ਸੋਸ਼ਲ ਮੀਡੀਆ 'ਤੇ ਵੀ ਹਾਵੀ ਰਹਿੰਦੇ ਆ, ਤਾਂ ਜੇ ਮਨਜਿੰਦਰ ਸਿਰਸਾ ਹੁਣ ਭਾਜਪਾ ਦੇ ਨਾਲ ਗੱਠਜੋੜ ਹੋ ਗਿਆ ਤੇ ਆਪਸ ਵਿੱਚ ਬਣੂਗੀ ਕਿਵੇਂ? ਤੇ ਇੱਕ ਦੀ ਮਿਸਾਲ ਹੈ, ਹੋਰ ਅੱਗੇ ਵੀ ਚੱਲਦੇ ਹਾਂ ਆਪਾਂ। ਉਸ ਤੋਂ ਬਾਅਦ ਨਾਂ ਆਉਂਦਾ ਜੀ ਚਰਨਜੀਤ ਅੱਟਵਾਲ ਹੋਰਾਂ ਦਾ, ਇੰਦਰ ਇਕਬਾਲ ਅੱਟਵਾਲ, ਸਰੂਪ ਚੰਦ ਸਿੰਗਲਾ। ਇਹ ਉਹ ਚਿਹਰੇ ਸੀਗੇ ਜਿਨ੍ਹਾਂ ਨੂੰ ਕਦੇ ਅਕਾਲੀ ਦਲ ਦੇ ਵਿੱਚ ਵੱਡੇ ਅਹੁਦਿਆਂ ਦੇ ਉੱਤੇ ਬੈਠਿਆਂ ਤੁਸੀਂ ਸਾਰਿਆਂ ਨੇ ਵੇਖਿਆ ਹੋਇਆ। ਤਾਂ ਇੱਕ ਵੇਲਾ ਇਹੋ ਜਿਹਾ ਵੀ ਆਇਆ ਕਿ ਜਦੋਂ ਅਕਾਲੀ ਦਲ ਦੀਆਂ ਬਹੁਤੀਆਂ ਗਤੀਵਿਧੀਆਂ ਤੇ ਬਹੁਤੀਆਂ ਜਿਹੜੀਆਂ ਨੀਤੀਆਂ ਇਹਨਾਂ ਨੂੰ ਰਾਸ ਨਹੀਂ ਆਈਆਂ, ਤੇ ਇਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ ਅਕਾਲੀ ਦਲ ਨੂੰ, ਤੇ ਇਹ ਵੀ ਜਾ ਕੇ ਉਸੇ ਖੇਮੇ ਦੇ ਵਿੱਚ ਸ਼ਾਮਲ ਹੋ ਗਏ। ਸਰੂਪ ਚੰਦ ਸਿੰਗਲਾ ਇੱਕ ਵੱਡਾ ਨਾਮ ਸੀ ਮਾਲਵੇ ਦੀ ਸਿਆਸਤ ਦੇ ਵਿੱਚ। ਸਰੂਪ ਚੰਦ ਸਿੰਗਲਾ ਦੇ ਉੱਤੇ ਅਕਾਲੀ ਦਲ ਬੜਾ ਮਾਣ ਕਰਦਾ ਹੁੰਦਾ ਸੀਗਾ। ਵੈਸੇ ਤਾਂ ਅਕਾਲੀ ਦਲ ਦੇ ਵਿੱਚ ਇੱਕ ਚੀਜ਼ ਇਹ ਵੀ ਦੇਖਣ 'ਚ ਆਈ ਹੈ, ਵੈਸੇ ਵੀ ਉਹਨਾਂ ਨੇ ਅਕਾਲੀ ਦਲ ਨੇ ਪਾਰਟੀ ਵੀ ਰਹਿਣ ਹੀ ਨਹੀਂ ਦਿੱਤੀ ਗਈ, ਉਹਨਾਂ ਨੇ ਤਾਂ ਪੰਜਾਬੀ ਪਾਰਟੀ ਬਣਾ ਲਈ ਸੀਗੀ।
ਕਦੇ ਅਕਾਲੀ ਸ਼ਬਦ ਦਾ ਨਾਂ ਆਉਂਦੇ ਨਾ ਦੋਸਤੋ, ਸਿੱਖ ਚਿਹਰਾ ਸਾਹਮਣੇ ਆ ਖੜਦਾ ਹੁੰਦਾ ਸੀ ਔਰ ਲੋਕ ਸਤਿਕਾਰ ਵਜੋਂ ਹੀ ਹੱਥ ਜੋੜ ਦਿੰਦੇ ਸੀਗੇ, ਕਿਉਂਕਿ ਪੰਥਕ ਚਿਹਰਾ। ਹੁਣ ਜੇ ਪੰਥਕ ਚਿਹਰਿਆਂ ਦੇ ਨਾਂ ਦੇ ਉੱਤੇ ਇਹਨਾਂ ਨੇ ਘੋਣ-ਮੂਣ ਖੜੇ ਕਰ ਦਿੱਤੇ ਆ, ਤਾਂ ਸੋਚੋ ਇਹ ਕਿੱਦਾਂ ਦੀ ਗੱਲ ਬਣੀ ਹੈ। ਕਿਉਂਕਿ ਅਕਾਲੀ ਦਲ ਨੂੰ ਕਦੇ ਕਿਸਾਨਾਂ ਦੀ ਪਾਰਟੀ ਕਿਹਾ ਜਾਂਦਾ ਸੀ, ਪੰਥ ਦੀ ਪਾਰਟੀ ਕਿਹਾ ਜਾਂਦਾ ਸੀਗਾ। ਪੰਥ ਦੇ ਬਹੁਤੇ ਲੋਕਾਂ ਨੇ ਤਾਂ ਇਹ ਘੋਣ-ਮੂਣ ਪ੍ਰਵਾਨ ਹੀ ਨਹੀਂ ਕੀਤੇ ਗਏ, ਹਿੰਦੂ ਚਿਹਰੇ ਪ੍ਰਵਾਨ ਹੀ ਨਹੀਂ ਕੀਤੇ ਗਏ। ਅਕਾਲੀ ਦਲ ਦੇ ਵਿੱਚ ਅਗਰ ਹਿੰਦੂ ਚਿਹਰਾ ਹੁੰਦਾ ਆ ਤੇ ਉਹ ਆਮ ਜਿਹੜੇ ਲੋਕ ਸੀ ਨਾ, ਜਿਹੜੇ ਪੰਥ ਨੂੰ ਪਿਆਰ ਕਰਨ ਵਾਲੇ ਸੀ, ਅਸੀਂ ਤਾਂ ਪਿੰਡਾਂ 'ਚ ਸੁਣਿਆ, ਉਹ ਕਦੇ ਵੀ ਨਹੀਂ ਸੀ ਇਸ ਗੱਲ ਨੂੰ ਪ੍ਰਵਾਨ ਉਹਨਾਂ ਨੇ ਕੀਤਾ। ਉਹ ਕਹਿੰਦੇ ਅਕਾਲੀ ਦਲ ਇਹੋ ਜਿਹਾ ਹੁੰਦਾ, ਕੋਈ ਮੋਨਾ ਬੰਦਾ ਅਕਾਲੀ ਦਲ ਹੁੰਦਾ, ਉਹਨੂੰ ਅਕਾਲੀ ਕਹਿ ਦਿਓਗੇ ਕਿਸੇ ਮੋਨੇ ਬੰਦੇ ਨੂੰ? ਇਹ ਕਿੱਧਰ ਜਾਂਦੀ ਹੈ ਗੱਲ। ਤਾਂ ਪਰ ਸਰੂਪ ਚੰਦ ਸਿੰਗਲਾ ਹੋਰੀ ਵੀ ਛੱਡ ਕੇ ਚਲੇ ਗਏ। ਬੋਨੀ ਅਜਨਾਲਾ ਦੇ ਉੱਤੇ ਬੜਾ ਮਾਣ ਹੁੰਦਾ ਸੀਗਾ, ਕਿਉਂਕਿ ਯੂਥ ਸੀਗੇ, ਯੰਗ ਸੀਗੇ ਉਹ, ਪਰ ਉਹ ਵੀ ਇਹਨਾਂ ਦਾ ਸਾਥ ਛੱਡ ਗਏ। ਸਰਬਜੀਤ ਮੱਕੜ, ਬੀਬੀ ਮਹਿੰਦਰ ਕੌਰ ਜੋਸ਼, ਵੱਡਾ ਨਾਮ ਸੀ ਅਵਿਨਾਸ਼ ਚੰਦਰ ਦਾ ਸੀ, ਜਗਦੀਪ ਨਕਈ ਦਾ ਸੀਗਾ, ਇਹ ਵੱਡੇ ਨਾਮ ਸੀਗੇ ਪਰ ਇਹ ਛੱਡ ਗਏ। ਔਰ ਇਸ ਤੋਂ ਇਲਾਵਾ ਇੱਕ ਹੋਰ ਵੱਡਾ ਨਾਮ ਆ, ਉਹ ਵੱਡਾ ਨਾਮ ਹੈਗਾ ਜੀ ਕਰਨਵੀਰ ਸਿੰਘ ਟੌੜਾ ਦਾ। ਉਹ ਸਰਦਾਰ ਗੁਰਚਰਨ ਸਿੰਘ ਟੌੜਾ, ਜਿਹੜੇ ਕਿ 25 ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਆ, ਉਹਨਾਂ ਦੇ ਪਰਿਵਾਰ ਦੇ ਵਿੱਚੋਂ ਆ। ਔਰ ਹੋਇਆ ਇੱਦਾਂ ਹੈ ਕਿ ਜਦੋਂ ਵੀ ਟਿਕਟਾਂ ਦੀ ਵੰਡ ਹੋਈ ਤੇ ਇਸ ਅਕਾਲੀ ਦਲ ਨੇ ਉਹਨਾਂ ਨੂੰ ਬਿਲਕੁਲ ਅੱਖੋਂ ਪਰੋਖੇ ਕਰੀ ਰੱਖਿਆ। ਵੈਸੇ ਤਾਂ ਬਾਦਲ ਟੌੜੇ ਦੀ ਕਦੇ ਯਾਰੀ ਸੀ ਔਰ ਬਾਅਦ ਵਿੱਚ ਤਕਰਾਰ ਹੋਇਆ, ਪਰ ਇਸ ਦੁਨੀਆ ਤੋਂ ਜਾਣ ਤੋਂ ਪਹਿਲਾਂ ਫਿਰ ਇੱਕ ਵਾਰੀ ਦੋਵਾਂ ਦੇ ਵਿੱਚ ਆਪਸ 'ਚ ਬਣ ਗਈ। ਕਿਉਂਕਿ ਹਾਲਾਤ ਇਹ ਸੀਗੇ ਕਿ ਕਦੇ ਬਾਦਲ ਵਾਂਗੂ ਟੌੜਾ ਸਾਹਿਬ ਵੀ ਜਿਹੜੇ ਸੀਗੇ ਉਹ ਚਾਹੁੰਦੇ ਸੀਗੇ ਕਿ ਸਿੱਖ ਸਿਆਸਤ ਦੇ ਵਿੱਚ ਉਹ ਚਮਕਣ, ਉਹ ਵੀ ਰਾਜਨੀਤੀ ਵਿੱਚ ਆਉਣ, ਪਰ ਉਹਨਾਂ ਨੂੰ ਧਰਮ ਤੱਕ ਹੀ ਮਹਿਦੂਦ ਕਰੀ ਰੱਖਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਰੂਪ ਦੇ ਵਿੱਚ ਹੀ ਉਹ ਰਹੇ ਆ, ਲੰਮੀਆਂ ਸੇਵਾਵਾਂ ਦਿੱਤੀਆਂ ਨੇ, ਕਾਫੀ ਕੁਛ ਗੱਲਾਂ ਬਾਤਾਂ ਉਹਨਾਂ ਦੇ ਬਾਰੇ ਵੀ ਹੋਈਆਂ। ਪਰ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਪਰਿਵਾਰ ਨੇ ਇੰਨਾ ਨੇੜੇ ਰਹਿਣ ਦਾ ਮੌਕਾ ਮਿਲਿਆ, ਜਿਸ ਤਰੀਕੇ, ਤਾਂ ਇਹ ਵੀ ਗੱਲ ਆ ਕਿ ਹੁਣ ਤੱਕ ਪ੍ਰਧਾਨ ਸਾਹਿਬ ਜਿਹੜੇ ਸੀਗੇ ਉਹ ਬਾਦਲਾਂ ਦੇ ਕਹਿੰਦੇ ਲਿਫਾਫੇ 'ਚੋਂ ਹੀ ਬਾਹਰ ਆਉਂਦੇ ਰਹੇ ਆ, ਤੇ ਉਹਨਾਂ ਨੂੰ ਟੌੜਾ ਸਾਹਿਬ ਨੂੰ ਵੀ ਜੇ ਬਣਾਉਂਦੇ ਰਹੇ ਆ ਤਾਂ ਫਿਰ ਨੇੜਤਾ ਤਾਂ ਸੀ ਨਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਔਰ ਟੌੜਾ ਸਾਹਿਬ ਦੀ। ਇਸ ਕਰਕੇ ਉਹ ਪਰਿਵਾਰ ਚਾਹੁੰਦਾ ਸੀ ਕਿ ਕਿਸੇ ਤਰੀਕੇ ਸਾਡੀ ਪੁੱਛ ਪ੍ਰਤੀਤ ਹੋਵੇ। ਬੇਸ਼ੱਕ ਟੌੜਾ ਸਾਹਿਬ ਅੱਜ ਵਿੱਚ ਸਾਡੇ ਵਿੱਚ ਨਹੀਂ ਗਏ, ਪਰ ਉਹਨਾਂ ਨੂੰ ਵੀ ਅੱਖੋਂ ਪਰੋਖੇ ਕੀਤਾ ਗਿਆ। ਵੱਡਾ ਚਿਹਰਾ ਸੀ, ਉਹਨਾਂ ਨੂੰ ਨੇੜੇ ਲਿਆਉਂਦੇ, ਵੱਡਾ ਪਰਿਵਾਰ ਸੀ, ਉਹਨਾਂ ਨੂੰ ਨੇੜੇ ਲਿਆਉਂਦੇ, ਪਰ ਇੱਥੇ ਅਕਾਲੀਆਂ ਨੇ ਉਹਨਾਂ ਨੂੰ ਇਗਨੋਰ ਕਰਕੇ ਪੈਰ ਕੁਹਾੜਾ ਮਾਰ ਲਿਆ, ਤੇ ਇਸ ਕਰਕੇ ਕਰਨਵੀਰ ਸਿੰਘ ਟੌੜਾ ਜਿਹੜੇ ਆ ਉਹ ਵੀ ਉੱਧਰ ਚਲੇ ਗਏ। ਇਸ ਤੋਂ ਇਲਾਵਾ ਇੱਕ ਹੋਰ ਵੱਡੇ ਥੰਮ ਨੇ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ, ਦੋਨੇ ਪਿਓ ਪੁੱਤ ਦੀ ਜੋੜੀ ਹੈ। ਮਾਲਵੇ ਦਾ ਵਿੱਚ ਇਹਨਾਂ ਦਾ ਇੱਕ ਚੰਗਾ ਹੋੜ ਸੀਗਾ। ਇਹ ਦੋਨੇ ਪਿਓ ਪੁੱਤ ਅਕਾਲੀ ਸਿਆਸਤ ਦੇ ਵਿੱਚ ਕਹਿੰਦੇ ਨੇ ਉਸ ਮੁਕਾਮ ਤੇ ਬੈਠੇ ਸੀਗੇ ਕਿ ਇਹਨਾਂ ਨਾਲ ਵੀ ਜਿਹੜੇ ਸਲਾਹ ਮਸ਼ਵਰੇ ਕੀਤੇ ਜਾਂਦੇ ਸੀ। ਔਰ ਪਰਮਿੰਦਰ ਸਿੰਘ ਢੀਂਡਸਾ ਤਾਂ ਵਿੱਤ ਮੰਤਰੀ ਵੀ ਰਹੇ ਅਕਾਲੀ ਦਲ ਦੇ ਵਿੱਚ। ਇਹ ਪਰਮਿੰਦਰ ਸਿੰਘ ਢੀਂਡਸਾ ਔਰ ਉਹਨਾਂ ਦੇ ਫਾਦਰ ਜਿਹੜੇ ਨੇ ਸੁਖਦੇਵ ਸਿੰਘ ਢੀਂਡਸਾ, ਇਹਨਾਂ ਨੇ ਵੀ ਅਕਾਲੀ ਦਲ ਨੂੰ ਤਿਆਗ ਦਿੱਤਾ, ਕਿਉਂਕਿ ਜਿਸ ਤਰੀਕੇ ਉਹ ਚਾਹੁੰਦੇ ਸੀ, ਜਿਸ ਤਰ੍ਹਾਂ ਦੇ ਵਕਾਰੀ ਅਹੁਦੇ ਉਹ ਲੈਣਾ ਚਾਹੁੰਦੇ ਸੀਗੇ, ਉਹਨਾਂ ਨੂੰ ਦਿੱਤੇ ਨਹੀਂ ਸੀ ਜਾ ਰਹੇ। ਔਰ ਬਹੁਤ ਕੁਝ ਇੱਦਾਂ ਦਾ ਹੋਇਆ ਜਿਸ ਕਰਕੇ ਉਹਨਾਂ ਦਾ ਅਕਾਲੀ ਦਲ ਤੋਂ ਮਨ ਖੱਟਾ ਹੋ ਗਿਆ। ਇਸ ਕਰਕੇ ਉਹ ਵੀ ਛੱਡ ਗਏ ਤੇ ਬੈਂਸ ਗਰੁੱਪ ਦੇ ਕਈ ਸੀਨੀਅਰ ਨੇਤਾ ਇਸ ਸਮੇਂ ਭਾਜਪਾ ਦੇ ਨਾਲ ਗੱਠਜੋੜ ਦੇ ਵਿੱਚ ਸ਼ਾਮਲ ਆ। ਹੁਣ ਬੈਂਸ ਭਰਾਵਾਂ ਦੀ ਜੋੜੀ ਲੁਧਿਆਣੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ, ਤੇ ਇਹਨਾਂ ਨੇ ਕਦੇ ਵੀ ਅਕਾਲੀ ਦਲ ਨਾਲ ਬਣੀ ਨਹੀਂ। ਖੈਰ ਵਿਰੋਧੀ ਪਾਰਟੀਆਂ ਦੀ ਹੁੰਦੀ ਵੀ ਆ ਕਿ ਵਿਰੋਧੀ ਪਾਰਟੀਆਂ ਦੀ ਆਪਸ ਵਿੱਚ ਬਣਦੀ ਨਹੀਂ ਹੁੰਦੀ, ਪਰ ਇਹਨਾਂ ਦੀ ਬਣੀ ਨਹੀਂ। ਔਰ ਹੁਣ ਜੇ ਉਹ ਸਾਰੇ ਉੱਧਰ ਇਕੱਠੇ ਹੋ ਗਏ ਤਾਂ ਜ਼ਾਹਿਰ ਹੈ ਕਿ ਅਕਾਲੀ ਦਲ ਦੇ ਉਹ ਵਿਰੋਧੀ ਰਹੇ ਆ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਕਈ ਇਸ ਤਰ੍ਹਾਂ ਦੇ ਨੇਤਾਵਾਂ ਦਾ ਜ਼ਿਕਰ ਜਿਹੜਾ ਆ ਉਹ ਕੀਤਾ ਜਾ ਸਕਦਾ, ਜੋ ਕਾਂਗਰਸ ਵਿੱਚ ਰਹਿਣ ਦੇ ਦੌਰਾਨ ਅਕਾਲੀ ਦਲ ਨਾਲ ਲੜਾਈ ਲੜ ਰਹੇ ਸੀ। ਇਸ ਲਿਸਟ ਵਿੱਚ ਭਾਜਪਾ ਵੱਲੋਂ ਕੁਝ ਦਿਨ ਪਹਿਲਾਂ ਪੰਜਾਬ ਪ੍ਰਧਾਨ ਬਣਾਏ ਗਏ ਸੁਨੀਲ ਜਾਖੜ ਦਾ ਨਾਂ ਲੈਣਾ ਵੀ ਗਲਤ ਨਹੀਂ ਹੋਊਗਾ। ਇਸ ਦੌਰ ਵਿੱਚ ਜੇਕਰ ਭਾਜਪਾ ਦੇ ਨਾਲ ਦੁਬਾਰਾ ਗੱਠਜੋੜ ਤੋਂ ਬਾਅਦ ਅਕਾਲੀ ਦਲ ਦੇ ਇਹ ਪੁਰਾਣੇ ਜਿਹੜੇ ਦਿੱਗਜ ਨੇ ਇੱਕ ਪਲੇਟਫਾਰਮ ਤੇ ਇਕੱਠੇ ਹੁੰਦੇ ਨੇ, ਤਾਂ ਸਵਾਲ ਇਹ ਖੜਾ ਹੁੰਦਾ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਦਿਲਚਸਪ ਨਜ਼ਾਰਾ ਦੇਖਣ ਨੂੰ ਮਿਲੇਗਾ। ਹੋ ਸਕਦਾ ਇੱਕ ਦੂਜੇ ਦੀਆਂ ਲੱਤਾਂ ਖਿੱਚਣ, ਹੋ ਸਕਦਾ ਹੈ ਕਿ ਭਾਜਪਾ ਦੀਆਂ ਨੀਤੀਆਂ ਤੇ ਚੱਲਦੇ ਹੋਏ ਤੇ ਦੂਸਰੇ ਪਾਸੇ ਇਹ ਤੌਖਲਾ ਕਿ ਭਗਵੰਤ ਮਾਨ ਸਰਕਾਰ ਨੂੰ ਕਿਸ ਤਰੀਕੇ ਨਾਲ ਜਿਹੜਾ ਆ ਅਸੀਂ ਢਾਉਣਾ ਆ,
ਤੇ ਅਸੀਂ ਜੀ ਗੱਠਜੋੜ ਕਰ ਲਈਏ, ਕਿਉਂਕਿ ਜਿਸ ਨੂੰ ਕਹਿੰਦੇ ਨਾ ਸੱਤਾ ਦੀ ਕੁਰਸੀ ਦਾ ਸਵਾਦ ਪੈ ਜਾਵੇ ਨਾ, ਤੇ ਜਦੋਂ ਉਹ ਸੱਤਾ ਤੋਂ ਬਾਹਰ ਹੁੰਦਾ ਨਾ, ਚਾਹੇ ਉਹ ਪਾਰਟੀ ਆ ਚਾਹੇ ਕੋਈ ਬੰਦਾ ਆ, ਉਹਨੂੰ ਉਹ ਗੱਲਾਂ ਰੜਕਦੀਆਂ ਰਹਿੰਦੀਆਂ। ਉਹ ਫਿਰ ਉਹ ਜਿਹੜੇ ਆ ਨਾ ਲਗਜ਼ਰੀ ਲਾਈਫ ਔਰ ਉਹ ਸਾਰਾ ਕੁਝ ਜਿਉਣਾ ਚਾਹੁੰਦਾ, ਉਸ ਤਰ੍ਹਾਂ ਦੇ ਹੁਕਮ ਕਰਨੇ ਉਹ ਜਿਹੜਾ ਹੈਗਾ ਉਹਦੀ ਫਿਤਰਤ ਬਣ ਚੁੱਕੀ ਹੁੰਦੀ ਆ। ਤਾਂ ਇਸ ਤੋਂ ਬਾਅਦ ਗੱਲ ਕਰਾਂਗੇ ਜੀ ਮਨਪ੍ਰੀਤ ਬਾਦਲ ਹੋਰਾਂ ਦੇ ਬਾਰੇ। ਭਾਵੇਂ ਕਿ ਅਕਾਲੀ ਦਲ ਦੇ ਪੁਰਾਣੇ ਦੁਸ਼ਮਣਾਂ ਦੀ ਲਿਸਟ ਵਿੱਚ ਮਨਪ੍ਰੀਤ ਬਾਦਲ ਦਾ ਨਾਮ ਹੀ ਸ਼ਾਮਲ ਹੈ, ਪਰ ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਨਾਲ ਜਿਵੇਂ ਉਸ ਦੀ ਨੇੜਤਾ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਨੇ। ਹਾਲਾਂਕਿ ਮਨਪ੍ਰੀਤ ਬਾਦਲ ਜਿਹੜੇ ਸੀਗੇ ਉਹ ਪਹਿਲਾਂ ਅਕਾਲੀ ਦਲ ਦੇ ਵਿੱਚ ਵੀ ਵਿੱਤ ਮੰਤਰੀ ਰਹੇ ਆ, ਫਿਰ ਉਹ ਕਾਂਗਰਸ 'ਚ ਚਲੇ ਗਏ, ਕਾਂਗਰਸ ਵਿੱਚ ਵੀ ਵਿੱਤ ਮੰਤਰੀ ਰਹੇ ਆ। ਔਰ ਇੱਕ ਗੱਲ ਖਾਸ ਸੀ ਕਿ ਉਹਨਾਂ ਨੇ ਆਪਦੀ ਪਾਰਟੀ ਵੀ ਬਣਾਈ ਸੀਗੀ, ਭਗਤ ਸਿੰਘ ਦੇ ਸੁਪਨਿਆਂ ਨੂੰ ਸਿਰਜਣ ਵਾਲੀ ਪਾਰਟੀ ਬਣਾਈ ਸੀ, ਪਰ ਬਾਅਦ ਵਿੱਚ ਉਹ ਕਾਂਗਰਸ 'ਚ ਚਲੇ ਗਏ। ਉਹ ਕਾਂਗਰਸ ਵਿੱਚ ਵੀ ਵਿੱਤ ਮੰਤਰੀ ਰਹੇ ਆ। ਤੇ ਇਸ ਤਰੀਕੇ ਨਾਲ ਜਿਹੜਾ ਮਨਪ੍ਰੀਤ ਸੀ ਉਹ ਅਕਾਲੀ ਦਲ ਦਾ ਵਿਰੋਧ ਕਰਦੇ ਆਏ, ਉਹਨਾਂ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਰਹੇ। ਔਰ ਪੂਰੇ ਪਰਿਵਾਰ ਦੇ ਵਿੱਚ ਚਾਹੇ ਮਨਪ੍ਰੀਤ ਦੇ ਜਿਹੜੇ ਇਹ ਭਰਾ ਸੁਖਬੀਰ ਬਾਦਲ ਜਾਂ ਭਾਬੀ ਹਰਸਿਮਰਤ ਬਾਦਲ ਸੀ, ਜਦੋਂ ਉਹਨਾਂ ਦੇ ਨਾਲ ਕੋਈ ਨਾ ਕੋਈ ਰਾਜਨੀਤਿਕ ਸਿਆਸਤ ਦੇ ਵਿੱਚ ਆ ਕੇ ਆਪਸੀ ਟਸਲਬਾਜ਼ੀ ਜਿਹੜੀ ਚੱਲਦੀ ਹੁੰਦੀ ਸੀਗੀ, ਉਹ ਵੀ ਬਿਆਨਾਂ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੁੰਦੀ ਸੀ। ਪਰ ਹੁਣ ਜਿਹੜਾ ਆ ਦੋਨਾਂ ਦਾ ਜਿਹੜਾ ਰਿਸ਼ਤੇ ਆ ਉਹਨਾਂ ਦੇ ਵਿੱਚ ਸੁਧਾਰ ਵੇਖਣ ਨੂੰ ਮਿਲਿਆ ਆ, ਜਿਸ ਨੂੰ ਲੈ ਕੇ ਚਰਚਾ ਇਹ ਹੈ ਕਿ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਮਨਪ੍ਰੀਤ ਬਾਦਲ ਦੀ ਭਾਜਪਾ ਹਾਈ ਕਮਾਂਡ ਦੇ ਵਿੱਚ ਚੰਗੀ ਪਕੜ ਬਣ ਗਈ ਹੈ ਅਤੇ ਉਹਨਾਂ ਵੱਲੋਂ ਅਕਾਲੀ ਦਲ ਦੇ ਨਾਲ ਦੁਬਾਰਾ ਗੱਠਜੋੜ ਦੇ ਲਈ ਪਰਦੇ ਦੇ ਪਿੱਛੇ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਯਾਨੀ ਉੱਪਰੋਂ ਸੁਖਬੀਰ ਬਾਦਲ ਮੰਨ ਨਹੀਂ ਰਹੇ, ਵਿਜੇ ਰੂਪਾਨੀ ਮੰਨ ਨਹੀਂ ਰਹੇ, ਤੇ ਅੰਦਰ ਖਾਤੇ ਹੁਣ ਕਾਫੀ ਨੇੜਤਾ ਆ, ਕਿਉਂਕਿ ਮਨਪ੍ਰੀਤ ਬਾਦਲ ਦੇ ਹੱਕ ਦੇ ਵਿੱਚ ਬਠਿੰਡਾ ਹਲਕੇ ਤੋਂ ਕਾਫੀ ਲੋਕ ਹੈ, ਇਸ ਕਰਕੇ ਭਾਜਪਾ ਨੇ ਉਹਨਾਂ ਨੂੰ ਸ਼ਾਮਲ ਕੀਤਾ, ਉਹ ਭਾਜਪਾ 'ਚ ਚਲੇ ਗਏ। ਤਾਂ ਇੱਥੇ ਇਹ ਵੀ ਗੱਲ ਆਉਂਦੀ ਹੈ ਕਿ ਹੁਣ ਅੰਦਰ ਖਾਤੇ ਤਾਂ ਭਰਾ ਨੂੰ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹੋਣੀਆਂ, ਔਰ ਜੋ ਵੀ ਉਹ ਕਹਿੰਦੇ ਨੇ ਕੋਈ ਨਾ ਕੋਈ ਤਾਂ ਲਾਲਚ ਦਿੱਤਾ ਹੀ ਜਾਊਗਾ, ਕੋਈ ਵੱਡੇ ਅਹੁਦੇ ਦਾ ਕੁਛ ਨਾ ਕੁਛ, ਇਸ ਕਰਕੇ ਤਾਂ ਇਹ ਖੇਡ ਸਾਹਮਣੇ ਆ ਹੀ ਜਾਣੀ ਹੈ। ਭਲੇ ਹੀ ਸੁਖਬੀਰ ਬਾਦਲ ਵੱਲੋਂ ਦੁਬਾਰਾ ਸਮਝੌਤਾ ਹੋਣ ਦੀ ਚਰਚਾ ਦੇ ਵਿਚਕਾਰ ਉਹਨਾਂ ਦਾ ਮੌਜੂਦਾ ਬਸਪਾ ਦੇ ਨਾਲ ਗੱਠਜੋੜ ਹੋਣ ਦੀ ਗੱਲ ਕਹੀ ਗਈ ਆ, ਕਿਉਂਕਿ ਸੁਖਬੀਰ ਬਾਦਲ ਕਹਿੰਦੇ ਨਾ ਜੀ ਇਹ ਤਾਂ ਕਿ ਮੀਡੀਆ ਵਾਲਿਆਂ ਦੀਆਂ ਖਬਰਾਂ ਆ, ਇਹ ਤਾਂ ਮੀਡੀਆ ਵਾਲੇ ਕਰ ਰਹੇ ਆ। ਬਈ ਮੀਡੀਆ ਵਾਲਿਆਂ ਨੇ ਕਿਹੜਾ ਕੋਈ ਗੱਪ ਮਾਰਨੇ ਹੁੰਦੇ ਆ? ਮੀਡੀਆ ਵਾਲਿਆਂ ਦੇ ਕੋਲੇ ਜੇ ਕੋਈ ਖਬਰ ਸੂਤਰਾਂ ਤੋਂ ਪਤਾ ਲੱਗਦੀ ਹੈ ਜਾਂ ਕੋਈ ਅਸਾਰ ਉੱਠਦੇ ਆ, ਉਹ ਕਹਿੰਦੇ ਨੇ ਅੱਗ ਜਿੱਥੇ ਲੱਗੀ ਹੋਵੇ ਧੂੰਆਂ ਉੱਥੋਂ ਹੀ ਉੱਠਦਾ ਹੁੰਦਾ, ਤੇ ਤਾਂ ਹੀ ਮੀਡੀਆ ਵੀ ਬੋਲਦਾ ਆ। ਮੀਡੀਆ ਇਸ ਕਰਕੇ ਹੀ ਉਹ ਗੱਲ ਕਹੀ ਜਾ ਰਿਹਾ ਜਿਹੜੀ ਕਿ ਹੁਣ ਹੀ ਪ੍ਰਤੀਤ ਹੋ ਰਹੀ ਆ, ਕਿਉਂਕਿ ਗੱਲਾਂ ਵਿੱਚ ਤਾਂ ਖੁਦ ਅਕਾਲੀ ਆਗੂਆਂ ਨੇ ਕਈ ਇਸ਼ਾਰੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਭੋਗ ਤੋਂ ਬਾਅਦ ਕਰ ਦਿੱਤੇ ਆ। ਤਾਂ ਹੁਣ ਜੇਕਰ ਭਾਜਪਾ ਨਾਲ ਅਕਾਲੀ ਦਲ ਦਾ ਦੁਬਾਰਾ ਸਮਝੌਤਾ ਹੁੰਦਾ ਆ ਤਾਂ ਬਸਪਾ ਦਾ ਕੀ ਹੋਵੇਗਾ, ਜਿਸ ਦੇ ਨਾਲ ਮਿਲ ਕੇ ਅਕਾਲੀ ਦਲ ਨੇ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਸਨ ਤੇ ਹੁਣ ਨਗਰ ਨਿਗਮ ਅਤੇ ਲੋਕ ਸਭਾ ਚੋਣਾਂ ਇਕੱਠੇ ਲੜਨ ਦੀ ਤਿਆਰੀ ਹੋ ਰਹੀ ਹੈ। ਤੇ ਹੁਣ ਬਸਪਾ ਪੰਜਾਬ ਵਿੱਚ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਵਿੱਚ ਸ਼ਾਮਲ ਨਹੀਂ ਹੋ ਸਕਦੀ, ਕਿਉਂਕਿ ਉਹਨਾਂ ਦਾ ਨੈਸ਼ਨਲ ਲੈਵਲ ਦੇ ਉੱਤੇ ਭਾਜਪਾ ਦੇ ਨਾਲ ਕੋਈ ਸਮਝੌਤਾ ਨਹੀਂ ਹੈ। ਫਿਲਹਾਲ ਦੇਖਣਾ ਹੋਊਗਾ, ਸਮਾਂ ਸਾਰਾ ਕੁਝ ਦੱਸ ਦਿੰਦਾ ਆ, ਸਮਾਂ ਬੜਾ ਬਲਵਾਨ ਹੈ, ਪਤਾ ਲੱਗ ਜਾਊਗਾ ਕਿ ਅਸੀਂ ਮੀਡੀਆ ਵਾਲੇ ਇਸ ਬਾਰੇ, ਚਾਹੇ ਉਹ ਕੋਈ ਵੀ ਆ, ਜੋ ਬੋਲ ਰਹੇ ਹੈ ਕਿ ਉਹ ਸੱਚ ਸੀ ਜਾਂ ਫਿਰ ਵਾਕਈ ਸਾਡੀਆਂ ਗੱਲਾਂ ਜਿਹੜੀਆਂ ਸੀਗੀਆਂ ਉਹ ਐਵੇਂ ਹਵਾ ਦੇ ਵਿੱਚ ਹੀ ਘੋੜੇ ਭਜਾਏ ਆ, ਪ੍ਰਤੱਖ ਹੋ ਜਾਵੇਗਾ। ਗਿਆਸਪੁਰਾ ਲੁਧਿਆਣਾ ਦੇ ਵਿੱਚ ਇੱਕ ਕਾਂਡ ਹੁੰਦਾ ਹੈ। ਉਹ ਕਾਂਡ ਹੁੰਦਾ ਜੀ ਗਟਰਾਂ ਦੇ ਵਿੱਚੋਂ ਗੈਸ ਲੀਕ ਹੁੰਦੀ ਆ, ਔਰ ਗੈਸ ਲੀਕ ਹੋਣ ਦੇ ਨਾਲ 11 ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ। ਮਾਮਲਾ ਨਾ 30 ਅਪ੍ਰੈਲ 2023 ਨੂੰ, ਯਾਨੀ ਕਿ ਇਸੇ ਵਰੇ ਇਹ ਕਾਂਡ ਹੋਇਆ ਕਿ ਲੋਕ ਤੜਕਸਾਰ ਘਰਾਂ ਦੇ ਵਿੱਚੋਂ ਸੁੱਤੇ ਉੱਠੇ, ਸੜਕ ਦੇ ਉੱਤੇ ਜਾ ਰਹੇ ਸੀਗੇ, ਸਫਾਈ ਕਰਮਚਾਰੀ ਉੱਥੇ ਲੱਗੇ ਹੋਏ ਸੀਗੇ, ਜਾਂ ਫਿਰ ਹੋਰ ਲੋਕ ਜਿਹੜੇ ਰੋਜ਼ਾਨਾ ਸੈਰ ਕਰਨ, ਜਾਂ ਫਿਰ ਕੋਈ ਦੁੱਧ ਲੈਣ ਜਾ ਰਿਹਾ, ਕੋਈ ਕਿਤੇ ਜਾ ਰਿਹਾ, ਕੋਈ ਆਪਦੇ ਕੰਮ ਤੇ ਜਾ ਰਿਹਾ, ਕੋਈ ਫੈਕਟਰੀ ਨੂੰ ਜਾ ਰਿਹਾ। ਅਚਾਨਕ ਲੋਕ ਜਿਹੜੇ ਸੀਗੇ ਬੇਹੋਸ਼ ਹੋ ਕੇ ਡਿੱਗਣੇ ਸ਼ੁਰੂ ਹੋ ਗਏ, ਤੇ ਬਾਅਦ ਵਿੱਚ ਜਦੋਂ ਉਹਨਾਂ ਦੀ ਜਾਂਚ ਕੀਤੀ ਤਾਂ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪਤਾ ਲੱਗਿਆ ਕਿ ਉਹ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਆ, ਉਹਨਾਂ ਦੀ ਮੌਤ ਹੋ ਚੁੱਕੀ ਹੈ। 13 ਲੋਕ ਇਸ ਗੈਸ ਲੀਕ ਮਾਮਲੇ ਦੇ ਵਿੱਚ ਬਿਲਕੁਲ ਦੁਨੀਆ ਛੱਡ ਕੇ ਜਾ ਚੁੱਕੇ ਨੇ। ਪਰ ਉਸ ਤੋਂ ਬਾਅਦ ਫਿਰ ਇੱਕੋ ਦਮ ਹੀ ਭਾਜੜਾਂ ਪਈਆਂ। ਭਾਜੜਾਂ ਤੋਂ ਬਾਅਦ
ਇਹ ਜਾਂਚਣ ਲਈ ਕਿ ਆਖਰ ਇਹ ਹੋਇਆ ਕਿੱਦਾਂ ਆ, ਕਿਹੜੀ ਗੈਸ ਇਹੋ ਜਿਹੀ ਸੀ ਜਿਹੜੀ ਇੱਕੋ ਦਮ ਹੀ ਇਹ ਕਾਂਡ ਕਰਤਾ। ਹਾਲਾਂਕਿ ਅਸੀਂ ਦੇਖਦੇ ਕਿ 1984 ਦੇ ਵਿੱਚ ਭੋਪਾਲ ਗੈਸ ਕਾਂਡ ਜਿਹੜਾ ਸੀਗਾ ਉਹ ਹੋਇਆ ਸੀ, ਜਿਸ ਦੇ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸੀ, ਔਰ ਉੱਥੇ ਤਾਂ ਹਜੇ ਤੱਕ ਵੀ ਲੂਲੇ ਲੰਗੜੇ ਤੇ ਅਪਾਹਿਜ ਜਿਹੜੇ ਬੱਚੇ ਆ ਉਹ ਪੈਦਾ ਹੋ ਰਿਹਾ। ਹਜੇ ਵੀ ਲੋਕ ਜਿਹੜੇ ਆ ਫਿਜ਼ੀਕਲ ਤੌਰ ਤੇ ਮੈਂਟਲੀ ਤੌਰ ਦੇ ਉੱਤੇ ਜਿਹੜੇ ਆ ਉਹ ਬਿਲਕੁਲ ਖਤਮ ਹੋਏ ਪਏ ਆ। ਉਹਨਾਂ ਨੂੰ ਅਨੇਕਾਂ ਬਿਮਾਰੀਆਂ ਜਿਹੜੀਆਂ ਨੇ ਉਹ ਘੇਰੀ ਬੈਠੀਆਂ ਨੇ, ਹਜੇ ਤੱਕ ਵੀ ਉਹਦਾ ਅਸਰ ਉੱਥੇ ਦੇਖਣ ਨੂੰ ਮਿਲਦਾ ਆ। ਹੁਣ ਹੋਇਆ ਕੀ ਹੈ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ CPCB ਦੀ ਇੱਕ ਰਿਪੋਰਟ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ, ਕਿਉਂਕਿ ਜਾਂਚ ਰਿਪੋਰਟ ਜਿਹੜੀ ਸੀਗੀ ਉਹਦੀ ਪੜਚੋਲ ਹੁੰਦੀ ਪਈ ਸੀਗੀ ਵੀ ਆਖਰ ਇਹ ਹੋਇਆ ਤਾਂ ਹੋਇਆ ਕਿਉਂ ਆ। ਤੇ ਇਹ ਖੁਲਾਸੇ ਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਆ ਕਿ ਇਹਨਾਂ ਮੌਤਾਂ ਦੇ ਪਿੱਛੇ ਵੱਡਾ ਕਾਰਨ ਹਾਈਡਰੋਜਨ ਸਲਫਾਈਡ ਗੈਸ ਸੀ, ਜੋ ਭਾਰੀ ਮਾਤਰਾ ਵਿੱਚ ਉਸ ਸਵੇਰ ਸੀਵਰੇਜ ਲੀਕ ਵਿੱਚ ਮਿਲੀ ਹੋਈ ਸੀ। ਬੋਰਡ ਦੀ ਇਹ ਰਿਪੋਰਟ 11 ਵਿਅਕਤੀਆਂ ਦੀ ਮੌਤ ਤੋਂ ਬਾਅਦ ਕੀਤੀ ਗਈ ਜਾਂਚ ਤੇ ਆਧਾਰਿਤ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗਿਆਸਪੁਰਾ ਦੇ ਇਲਾਕੇ ਵਿੱਚ ਸੜਕ ਕਿਨਾਰੇ ਖੁੱਲ੍ਹੇ ਮੈਨਹੋਲ ਵਿੱਚੋਂ ਖਤਰਨਾਕ ਗੈਸ ਦੇ ਰਿਸਾਅ ਕਾਰਨ 11 ਵਿਅਕਤੀਆਂ ਦੀ ਮੌਤ ਹੋਈ ਹੈ। ਵਿਗਿਆਨੀ ਜੀਰਾਮ ਬਾਬੂ, ਡਾਕਟਰ ਨਰਿੰਦਰ ਸ਼ਰਮਾ, ਕਮਲੇਸ਼ ਸਿੰਘ ਅਤੇ ਨਿਜ਼ਾਮੂਦੀਨ ਉੱਤੇ ਆਧਾਰਿਤ CPCB ਦੀ ਇੱਕ ਟੀਮ ਨੇ ਇਸ ਘਟਨਾ ਤੋਂ 3 ਦਿਨਾਂ ਬਾਅਦ ਗਿਆਸਪੁਰਾ ਇਲਾਕੇ ਦਾ ਦੌਰਾ ਕਰਕੇ ਜਾਂਚ ਕੀਤੀ। ਬੋਰਡ ਵੱਲੋਂ ਇਸ ਮਾਮਲੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਗਠਿਤ ਕਮੇਟੀ ਨੂੰ ਰਿਪੋਰਟ ਦੇ ਦਿੱਤੀ ਗਈ। ਹੁਣ ਜੋ ਖੁਲਾਸੇ ਸਾਹਮਣੇ ਆਏ ਨਾ ਉਹ ਵੀ ਹੈਰਾਨ ਕਰ ਦੇਣ ਵਾਲੇ ਆ ਕਿ ਰਿਪੋਰਟ ਦੇ ਵਿੱਚ ਬੋਰਡ ਨੇ ਦੱਸਿਆ ਹੈ ਕਿ ਸੀਵਰੇਜ ਵਿੱਚ ਕੈਮੀਕਲ ਕਾਰਨ ਹਾਈਡਰੋਜਨ ਸਲਫਾਈਡ ਗੈਸ ਜਿਹੜੀ ਸੀ ਉਹ ਬਣ ਗਈ ਸੀਵਰੇਜ ਦੇ ਵਿੱਚ। ਉਹ ਬਣ ਕਿਵੇਂ ਗਈ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਕੈਮੀਕਲ ਜਿਹੜੇ ਆਸੇ-ਪਾਸੇ, ਕਿਉਂਕਿ ਲੁਧਿਆਣਾ ਜਿਹੜੀ ਆ ਉਹ ਵੱਡੀ ਇੰਡਸਟਰੀ ਹੈ, ਤਾਂ ਲੁਧਿਆਣਾ ਇੰਡਸਟਰੀ ਦੇ ਵਿੱਚ ਬੜੀਆਂ ਫੈਕਟਰੀਆਂ, ਗਲੀਆਂ ਮੁਹੱਲਿਆਂ ਦੇ ਵਿੱਚ, ਇੰਡਸਟਰੀ ਏਰੀਏ ਦੇ ਵਿੱਚ ਵੀ ਆ। ਤੇ ਉਹਨਾਂ ਫੈਕਟਰੀਆਂ ਦੇ ਵਿੱਚ ਹਾਲਾਂਕਿ ਲੁਧਿਆਣੇ ਦੇ ਵਿੱਚ ਹੌਜ਼ਰੀ ਦਾ ਸਮਾਨ ਵੀ ਬਹੁਤ ਬਣਦਾ, ਸਾਈਕਲ ਦੇ ਪੁਰਜੇ ਔਰ ਸਾਈਕਲ ਬਹੁਤ ਬਣਦੇ ਆ। ਤਾਂ ਇਹਨਾਂ ਜਗ੍ਹਾ ਤੋਂ ਸੀਵਰੇਜ ਵਿੱਚ ਜਿਹੜੀ ਮੈਟਲ ਇੰਡਸਟਰੀ ਵੱਲੋਂ ਪਾਏ ਗਏ ਆ ਜਿਹੜੇ ਇਹ ਕੈਮੀਕਲ ਨਿਕਲਿਆ, ਜਿਨ੍ਹਾਂ ਨੇ ਐਸਿਡ ਦੇ ਨਾਲ ਮਿਲ ਕੇ ਹਾਈਡਰੋਜਨ ਸਲਫਾਈਡ ਗੈਸ ਬਣਾਈ, ਜਿਸ ਕਾਰਨ ਇਹ ਘਟਨਾ ਵਾਪਰੀ। ਔਰ ਜਦੋਂ ਉਹ ਗੈਸ ਬਣੀ ਔਰ ਜਿੱਥੇ ਉਹ ਬਾਹਰ ਨਿਕਲਣੀ ਚਾਹੀਦੀ ਹੈ, ਪਰ ਸਾਡੇ ਤਾਂ ਗਟਰਾਂ ਦੇ ਉੱਤੇ ਢੱਕਣ ਇੱਦਾਂ ਦੇ ਲਾਏ ਆ, ਤੇ ਉਹ ਫਿਰ ਜਦੋਂ ਕਿਸੇ ਨੇ ਢੱਕਣ ਚੱਕਿਆ ਉਦੋਂ ਇੱਕੋਦਮ ਬਾਹਰ ਆ ਗਈ। ਉਹ ਜਿੱਥੇ ਸਲਫਰਿਕ ਅਤੇ ਹਾਈਡਰੋਲਿਕ ਦੀ ਵਰਤੋਂ ਕੀਤੀ ਜਾਂਦੀ ਆ, ਮਸ਼ੀਨਾਂ, ਸਾਈਕਲਾਂ ਆਦਿ ਦੇ ਪੁਰਜਿਆਂ ਦੀ ਨਿਰਮਾਣ ਪ੍ਰਕਿਰਿਆ ਲਈ ਇਹਨਾਂ ਦੀ ਵਰਤੋਂ ਹੁੰਦੀ ਹੈ। ਤੇ ਘਟਨਾ ਵਾਲੇ ਦਿਨ ਵੀ ਜਿਸ ਥਾਂ ਤੇ ਇਹ ਪੂਰਾ ਵਾਕਿਆ ਹੋਇਆ ਉੱਥੋਂ ਦੇ ਮੁੱਖ ਸੀਵਰੇਜ ਵਿੱਚ ਖਤਰਨਾਕ ਕੈਮੀਕਲ ਦੀ ਮਾਤਰਾ ਜ਼ਿਆਦਾ ਪਾਈ ਗਈ, ਤੇ ਇਸ ਦੇ ਪਿੱਛੇ ਵੱਡਾ ਕਾਰਨ ਜੋ ਰਿਪੋਰਟ ਦੇ ਵਿੱਚ ਦੱਸਿਆ ਗਿਆ ਆ ਉਹ ਇੰਡਸਟਰੀ ਵਿੱਚ ਵਰਤੋਂ 'ਚੋਂ ਲਿਆਂਦਾ ਜਾਣ ਵਾਲਾ ਹਾਈਡਰੋਲਿਕ ਐਸਿਡ ਸੀਗਾ। ਹੁਣ ਇੱਥੇ ਨਗਰ ਨਿਗਮ ਦੀ ਲਾਪਰਵਾਹੀ ਵੀ ਸੁਣ ਲਓ। ਫੈਕਟਰੀਆਂ ਵਾਲਿਆਂ ਨੇ ਤਾਂ ਚਲੋ ਆਪਦਾ ਕੰਮ ਕਰਨਾ ਹੀ ਆ, ਪਰ ਇੱਥੇ ਕੁਝ ਮਾਪਦੰਡ ਜਿਹੜੇ ਨਾ ਉਹ ਬਣਨੇ ਚਾਹੀਦੇ ਆ। ਜਿਵੇਂ ਕਿ ਹਜੇ ਵੀ ਸਾਡੇ ਨਦੀਆਂ ਨਾਲਿਆਂ ਦੇ ਵਿੱਚ ਗੰਦ ਪਾਇਆ ਜਾ ਰਿਹਾ, ਫੈਕਟਰੀਆਂ ਵੱਲੋਂ ਪ੍ਰਦੂਸ਼ਣ ਫੈਲਾਇਆ ਜਾ ਰਿਹਾ। ਕਈਆਂ ਨੇ ਥੱਲੇ ਪਾਈਪ ਜਿਹੜੇ ਸੀ ਬੋਰ ਕਰਕੇ ਉਹਦੇ ਵਿੱਚ ਪਾ ਰਹੇ, ਬੜੀਆਂ ਫੈਕਟਰੀਆਂ ਕਰੀ ਜਾਂਦੀਆਂ ਜਿਹੜਾ ਗਰਾਊਂਡ ਵਾਟਰ ਉਹਦੇ ਵਿੱਚ ਉਹ ਪਾ ਰਹੇ ਆ, ਜਿਸ ਕਰਕੇ ਪੰਜਾਬ ਬਿਮਾਰ ਵੀ ਹੋ ਰਿਹਾ। ਤੇ ਇੱਥੋਂ ਤੱਕ ਕਿ ਜਿਹੜੀ ਜੀਰਾ ਦੀ ਮਾਲਬਰੋਸ ਫੈਕਟਰੀ ਸੀ ਉੱਥੇ ਵੀ ਉਹਨਾਂ ਨੇ ਬੋਰ ਕਰਕੇ ਜਿਹੜਾ ਜ਼ਹਿਰੀਲਾ ਮਾਦਾ ਸੀ ਉਹ ਧਰਤੀ ਦੇ ਪੇਟੇ 'ਚ ਪਾ ਰਹੇ ਸੀ। ਇਹ ਇੱਕ ਨਹੀਂ, ਕਈ ਫੈਕਟਰੀਆਂ ਦੇ ਵਿੱਚ ਇਹ ਸਮੱਸਿਆ ਆ ਔਰ ਉਹ ਇਹ ਕੁਛ ਕਰਦੀਆਂ ਪਈਆਂ। ਇੱਥੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਇੱਥੇ ਸਰਕਾਰਾਂ ਜਿਹੜੀਆਂ ਨੇ ਉਹ ਚੁੱਪ ਰਹਿ ਜਾਂਦੀਆਂ ਨੇ, ਉਹ ਕੋਈ ਵੀ ਇਹੋ ਜਿਹਾ ਹੱਲ ਨਹੀਂ ਕੱਢਦੀਆਂ ਹੈਗੀਆਂ। ਔਰ ਪਹਿਲੀਆਂ ਸਰਕਾਰਾਂ ਦੇ ਸਮੇਂ ਤਾਂ ਇਹਨਾਂ ਮਾਮਲਿਆਂ ਤੇ ਵੈਸੇ ਹੀ ਅੱਖਾਂ ਜਿਹੜੀਆਂ ਸੀ ਉਹ ਬੰਦ ਕੀਤੀਆਂ ਹੋਈਆਂ ਸੀਗੀਆਂ। ਤੇ ਹੁਣ ਭਗਵੰਤ ਮਾਨ ਸਰਕਾਰ ਤੋਂ ਉਮੀਦਾਂ ਹੈ ਕਿ ਇਹੋ ਜਿਹੀਆਂ ਚੀਜ਼ਾਂ ਨੂੰ ਵੀ ਜਿਹੜਾ ਹੈ ਹੱਥ ਪਾਇਆ ਜਾਵੇ। ਅਸਲ ਦੇ ਵਿੱਚ ਤਾਂ ਪੰਜਾਬ ਪ੍ਰਦੂਸ਼ਣ ਜਿਹੜਾ ਕੰਟਰੋਲ ਬੋਰਡ ਆ ਜਾਂ ਫਿਰ ਗ੍ਰੀਨ ਟ੍ਰਿਬਿਊਨਲ ਆ, ਉਹਨਾਂ ਨੂੰ ਇਸ ਮੁੱਦੇ ਉੱਤੇ ਆ ਕੇ ਅੱਗੇ ਕੰਮ ਕਰਨਾ ਚਾਹੀਦਾ ਹੈ ਔਰ ਫਿਰ ਕੋਈ ਸਰਵੇ ਪੜਚੋਲ ਜਿਹੜੀ ਆ ਹੋ ਕੇ ਉਹਦੇ ਵਿੱਚ ਇਹਦਾ ਹੱਲ ਕੱਢਣਾ ਚਾਹੀਦਾ, ਤਾਂ ਕਿ ਨਾ ਤਾਂ ਧਰਤੀ ਦੇ ਪੇਟਿਆਂ 'ਚ ਪਾਉਣ, ਨਾ ਹੀ ਉਹ ਗਟਰਾਂ ਸੀਵਰੇਜਾਂ 'ਚ ਪਾਉਣ। ਉਹਦਾ ਕੋਈ ਹੱਲ ਇਹੋ ਜਿਹਾ ਕੱਢਣ ਜਿਹੜਾ ਕਿ ਉਸ ਮਾਦੇ ਨੂੰ ਜੋ ਜ਼ਹਿਰੀਲਾ ਬਣ ਰਿਹਾ ਆ ਉਹਦਾ ਇਨਸਾਨਾਂ ਦੇ ਉੱਤੇ, ਮਨੁੱਖੀ ਸਿਹਤ ਉੱਤੇ ਜਾਂ ਧਰਤੀ ਦੀ ਸਿਹਤ ਜਾਂ ਵਾਤਾਵਰਨ 'ਚ ਗਿਰਦੇ ਉੱਤੇ ਕੋਈ ਮਾੜਾ ਅਸਰ ਨਾ ਪਵੇ। ਉਹਦਾ ਕੁਝ ਇੱਦਾਂ ਦਾ ਹੱਲ ਜਿਹੜਾ ਆ ਉਹ ਜ਼ਰੂਰ ਸਾਹਮਣੇ ਆਉਣਾ ਚਾਹੀਦਾ ਆ।
ਰਿਪੋਰਟ ਦੇ ਵਿੱਚ ਕਿਹਾ ਗਿਆ ਆ, ਕਿਉਂਕਿ ਮੈਂ ਹੁਣ ਨਗਰ ਨਿਗਮ ਦੀ ਲਾਪਰਵਾਹੀ ਦੀ ਗੱਲ ਕਰਨ ਲੱਗਾ ਹਾਂ, ਕਿ ਇਸ ਗੈਸ ਦੇ ਹਵਾ ਨਾਲੋਂ ਭਾਰੀ ਹੋਣ ਕਾਰਨ ਉਸ ਨੇ ਗਰਾਊਂਡ ਤੇ ਮੌਜੂਦ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਦੋਂ ਕਿ ਪਹਿਲੀ ਮੰਜ਼ਿਲ ਤੇ ਗੈਸ ਨਾ ਪਹੁੰਚਣ ਕਾਰਨ ਉੱਥੇ ਮੌਜੂਦ ਲੋਕਾਂ ਦਾ ਬਚਾਅ ਹੋ ਗਿਆ ਜਿਹੜੇ ਉੱਪਰ ਰਹਿੰਦੇ ਸੀਗੇ। ਤੇ ਇਸ ਗੈਸ ਦੀ ਮੌਜੂਦਗੀ ਲਈ PPCB ਵੱਲੋਂ ਸੀਵਰੇਜ ਜਾਮ ਦੀ ਸਮੱਸਿਆ ਤੋਂ ਇਲਾਵਾ ਗੈਸ ਦੀ ਨਿਕਾਸੀ ਲਈ ਰੋਡ ਜਾਲੀਆਂ ਦਾ ਇੰਤਜ਼ਾਮ ਨਾ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ। 13 ਜੁਲਾਈ ਨੂੰ NGT ਦੀ ਸੁਣਵਾਈ ਇਸ ਮਾਮਲੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ PCB ਦੇ ਚੇਅਰਮੈਨ ਦੀ ਅਗਵਾਈ ਹੇਠ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ। ਹੁਣ ਇੱਥੇ ਮੈਂ ਪੜ੍ਹ ਕੇ ਹਟਿਆ ਕਿ ਜਾਲੀਆਂ ਦੀ ਗੱਲ ਕੀਤੀ ਗਈ ਆ। ਵਿਦੇਸ਼ਾਂ ਵਿੱਚ ਜਾਂ ਜਿਹੜੇ ਵੱਡੇ ਸ਼ਹਿਰ ਹਨ ਜਿੱਥੇ ਨਗਰ ਨਿਗਮ ਦੇ ਗਟਰ ਆ, ਸਾਡੇ ਹਜੇ ਵੀ ਉਹ ਗੋਲੂ ਜਾਂ ਢੱਕਣਾ ਹੁਣ ਤੋਂ ਨਸ਼ਈ ਚੋਰੀ ਕਰਦੇ ਪਏ ਆ। ਉਸ ਢੱਕਣ ਦੇ ਜ਼ਰੀਏ ਨਾ ਗੈਸ ਸੀਵਰੇਜ ਦੀ ਜਿਹੜੀ ਗੈਸ ਉਹ ਬਾਹਰ ਨਹੀਂ ਨਿਕਲਦੀ। ਤੇ ਅਸਲ 'ਚ ਹੁੰਦਾ ਕੀ ਆ, ਬਹੁਤੀ ਵਾਰੀ ਇਹ ਹੋਇਆ ਵੀ ਜਿਹੜੇ ਸਾਡੇ ਵਿਚਾਰੇ ਸਫਾਈ ਕਰਮਚਾਰੀ ਆ ਉਹਨਾਂ 'ਚ ਕਿੰਨਿਆਂ ਦੀਆਂ ਮੌਤਾਂ ਹੋਈਆਂ। ਮਜਬੂਰਨ ਇਹ ਆ ਕਿ ਜਿਹੜਾ ਕੰਮ ਮਸ਼ੀਨਾਂ ਜ਼ਰੀਏ ਹੋਣਾ ਚਾਹੀਦਾ ਸੀ, ਉੱਥੇ ਹਜੇ ਵੀ ਕਈ ਸ਼ਹਿਰਾਂ ਦੇ ਸੀਵਰੇਜ ਸਿਸਟਮ ਇੱਦਾਂ ਦੇ ਆ ਜਿਹਦੇ ਵਿੱਚ ਉਹਨਾਂ ਨੂੰ ਵਿਚਾਰਿਆਂ ਨੂੰ ਉਤਰਨਾ ਪੈਂਦਾ ਸਫਾਈ ਕਰਮਚਾਰੀਆਂ ਨੂੰ, ਔਰ ਬਹੁਤਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ। ਵਾਕਈ ਉਹ ਵੀ ਜੇ ਕਹਿ ਦਈਏ ਤਾਂ ਆਪਣੀ ਜ਼ਿੰਦਗੀ ਜਿਹੜੀ ਆ ਉਹ ਦਾਅ 'ਤੇ ਲਾਉਂਦੇ ਆ ਤੇ ਬਹੁਤੇ ਲਾ ਚੁੱਕੇ ਆ। ਜੇ ਨਗਰ ਨਿਗਮ ਜਾਂ ਨਗਰ ਕੌਂਸਲਾਂ ਨਗਰ ਪਾਲਿਕਾਵਾਂ ਅਗਰ ਇਹ ਕੰਮ ਕਰ ਦੇਣ ਕਿ ਬਜਾਏ ਉਹ ਗੋਲੂ ਜੇ ਢੱਕਣ ਦੀ ਬਜਾਏ ਉਹਦੇ ਉੱਤੇ ਜਾਲੀ ਵਾਲਾ ਢੱਕਣ ਲਾ ਦੇਣ, ਜਿਸ ਕਰਕੇ ਜਿਹੜੀਆਂ ਜ਼ਹਿਰੀਲੀਆਂ ਗੈਸਾਂ ਉਹਦੇ ਵਿੱਚੋਂ ਬਾਹਰ ਨਿਕਲਦੀਆਂ ਰਹਿਣ ਤੇ ਗਟਰ ਦੇ ਵਿੱਚ ਗੈਸ ਬਣੇ ਨਾ ਉਹਨਾਂ ਨੂੰ ਸਫਾਈ ਕਰਮਚਾਰੀਆਂ ਨੂੰ ਕੋਈ ਦਿੱਕਤ ਆਵੇ, ਨਾ ਫਿਰ ਉਹ ਜਿਹੜੀ ਆਲੂਦਗੀ ਇੰਨੀ ਹੁੰਦੀ ਆ, ਇੰਨਾ ਪ੍ਰਦੂਸ਼ਣ ਹੁੰਦਾ, ਬਾਅਦ ਵਿੱਚ ਉਹ ਲੋਕਾਂ ਦੀਆਂ ਬਿਮਾਰੀਆਂ ਜਾਂ ਮੌਤਾਂ ਦਾ ਕਾਰਨ ਬਣੇ। ਹੁਣ NGT ਵਿੱਚ ਇਸ ਮਾਮਲੇ ਦੀ ਜਿਹੜੀ ਸੁਣਵਾਈ ਆ 13 ਜੁਲਾਈ ਨੂੰ ਹੋਵੇਗੀ ਤੇ ਇਸ ਦੌਰਾਨ ਰਿਪੋਰਟ ਪੇਸ਼ ਕੀਤੀ ਜਾ ਸਕਦੀ ਆ। ਇਸ ਤੋਂ ਬਾਅਦ ਹੀ ਇਹ ਤਸਵੀਰ ਜਿਹੜੀ ਆ ਉਹ ਸਾਫ਼ ਹੋ ਸਕਦੀ ਹੈ ਕਿ ਕਿਸ ਦੀ ਲਾਪਰਵਾਹੀ ਕਾਰਨ ਉਕਤ ਹਾਦਸਾ ਵਾਪਰਿਆ, ਕਿਉਂਕਿ ਮੈਜਿਸਟ੍ਰੇਟੀ ਜਾਂਚ 'ਚ ਕਿਸੇ ਵਿਭਾਗ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ ਤੇ ਪੁਲਿਸ ਵੱਲੋਂ ਬਣਾਈ ਗਈ SIT ਦੀ ਜਾਂਚ ਹੁਣ ਤੱਕ ਮੁਕੰਮਲ ਨਹੀਂ ਹੋਏਗੀ। ਹੁਣ ਸਵਾਲ ਖੜੇ ਹੁੰਦੇ ਆ ਸੈਂਪਲ ਲੈਣ ਦੇ ਮਾਮਲੇ ਦੇ ਉੱਤੇ। ਇਸ ਮਾਮਲੇ ਵਿੱਚ ਸੈਂਪਲ ਲੈਣ ਦੇ ਤਰੀਕੇ ਤੇ ਵੀ ਸਵਾਲ ਖੜੇ ਹੋ ਰਹੇ ਨੇ, ਕਿਉਂਕਿ ਜਦੋਂ ਹਾਈਡਰੋਜਨ ਸਲਫਾਈਡ ਗੈਸ ਕਾਰਨ ਮੌਤਾਂ ਹੋਣ ਦੀ ਗੱਲ ਸਾਹਮਣੇ ਆਈ ਤਾਂ ਉਸ ਦਾ ਅਸਰ ਘੱਟ ਕਰਨ ਲਈ ਕਾਸਟਿਕ ਸੋਡਾ ਪਾਇਆ ਗਿਆ, ਜਿਸ ਸੰਬੰਧੀ SDM ਵੱਲੋਂ ਆਪਣੀ ਰਿਪੋਰਟ ਵਿੱਚ ਜ਼ਿਕਰ ਕੀਤਾ ਗਿਆ ਕਿ ਹਾਦਸੇ ਲਈ ਕਿਸ ਦੀ ਲਾਪਰਵਾਹੀ ਹੈ, ਇਸ ਦਾ ਸਪਸ਼ਟ ਪਤਾ ਲਗਾਉਣ ਲਈ ਹਾਦਸੇ ਵਾਲੇ ਦਿਨ ਸੀਵਰੇਜ ਦੀ ਸਹੀ ਸਥਿਤੀ ਦੇ ਸੈਂਪਲ ਨਹੀਂ ਲਏ ਗਏ। ਹਾਲਾਂਕਿ ਇਸ ਮੁੱਦੇ ਤੇ ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਆ ਕਿ ਸੈਂਪਲ ਲੈਣ ਤੋਂ ਬਾਅਦ NDRFE ਦੀ ਟੀਮ ਵੱਲੋਂ ਹੀ ਗੈਸ ਦਾ ਅਸਰ ਘੱਟ ਕਰਨ ਲਈ ਸੀਵਰੇਜ ਨੂੰ ਫਲਸ਼ ਆਊਟ ਕਰਨ ਲਈ ਕਿਹਾ ਗਿਆ ਸੀ, ਔਰ ਮੀਡੀਆ ਵਿੱਚ ਇਹਨਾਂ ਗੱਲਾਂ ਦੇ ਖੁਲਾਸੇ ਪਹਿਲਾਂ ਹੋ ਚੁੱਕੇ ਨੇ। ਤਾਂ 30 ਅਪ੍ਰੈਲ ਨੂੰ ਲੁਧਿਆਣਾ ਦੇ ਗਿਆਸਪੁਰਾ 'ਚ ਹੋਏ ਗੈਸ ਰਿਸਾਅ ਦੇ ਮਾਮਲੇ ਵਿੱਚ ਬੇਸ਼ੱਕ ਰਿਪੋਰਟ ਹੋਣ ਆਈ ਹੈ, ਪਰ ਮੀਡੀਆ ਨੇ ਉਸ ਸਮੇਂ ਇਸ ਦਾ ਖੁਲਾਸਾ ਕਰ ਦਿੱਤਾ ਸੀ ਕਿ ਹਾਈਡਰੋਜਨ ਸਲਫਾਈਡ ਕਾਰਨ 11 ਵਿਅਕਤੀਆਂ ਦੀ ਜਾਨ ਗਈ ਹੈ। ਆਮ ਤੌਰ ਦੇ ਉੱਤੇ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਚਿੜੀਆਂ ਦੀ ਮੌਤ, ਗੁਬਾਰਾਂ ਦਾ ਹਾਦਸਾ, ਜਦੋਂ ਵੀ ਕਿਸੇ ਸ਼ਹਿਰ ਦੇ ਵਿੱਚ ਸੀਵਰੇਜ ਦੀ ਸਫਾਈ ਕੀਤੀ ਜਾਂਦੀ ਹੈ, ਹੁਣ ਤੋਂ ਵੱਡੇ ਟੈਂਕ ਆਏ ਆ, ਉਹਨਾਂ ਦੇ ਨਾਲ ਪਾਈਪਾਂ ਲੱਗੀਆਂ ਹੁੰਦੀਆਂ, ਨਾਲ ਮੋਟਰ ਲੱਗੀ ਹੁੰਦੀ ਆ, ਟਰੈਕਟਰ ਦੇ ਉੱਤੇ ਉਹ ਚੱਲਦੇ ਆ, ਇੰਜਨ ਨੂੰ ਵੀ ਨਾਲ ਲਿਆਂਦਾ ਜਾਂਦਾ। ਇੰਜਨ ਜਿਹੜਾ ਹੈਗਾ ਆ ਉਹ ਅਬਜ਼ਰਵ ਕਰਦਾ, ਉਹ ਅੰਦਰ ਨੂੰ ਖਿੱਚਦਾ, ਖਿੱਚ ਕੇ ਫਿਰ ਉਹਨੂੰ ਵਾਟਰ ਟੈਂਕ ਜਿਹੜਾ ਨਾਲ ਲਿਆਂਦਾ ਹੁੰਦਾ ਉਹ ਗੰਦਗੀ ਵਾਲਾ ਉਹਦੇ ਵਿੱਚ ਪਾਇਆ ਜਾਂਦਾ, ਜਿਹੜੀ ਗਾਰ ਉਹਨੂੰ ਪਾਸੇ ਕੱਢਿਆ ਜਾਂਦਾ ਆ। ਅਸੀਂ ਗਲੀਆਂ ਮੁਹੱਲਿਆਂ ਦੇ ਵਿੱਚ ਇਸ ਤਰੀਕੇ ਨਾਲ ਜਦੋਂ ਸੀਵਰੇਜ ਸਾਫ਼ ਕਰਨ ਵਾਲੇ ਸਫਾਈ ਕਰਮਚਾਰੀ ਆਉਂਦੇ ਆ, ਅਸੀਂ ਉਹਨਾਂ ਨੂੰ ਦੇਖਦੇ ਹਾਂ। ਜਿਨ੍ਹਾਂ ਸ਼ਹਿਰਾਂ ਦੇ ਵਿੱਚ ਸਹੂਲਤਾਂ ਹੈਗੀਆਂ ਆ, ਚਾਹੇ ਉੱਥੇ ਕੰਟੋਨਮੈਂਟ ਬੋਰਡ ਆ, ਚਾਹੇ ਉੱਥੇ ਨਗਰ ਕੌਂਸਲਾਂ ਆ, ਨਗਰ ਪਾਲਿਕਾਵਾਂ ਬਣੀਆਂ ਹੋਈਆਂ, ਨਗਰ ਨਿਗਮ ਬਣੇ ਹੋਏ ਆ, ਤਾਂ ਉਹ ਕਿਸੇ ਜਗ੍ਹਾ ਤਾਂ ਸਹੂਲਤਾਂ ਹੈਗੀਆਂ ਵੱਡੇ ਸ਼ਹਿਰਾਂ ਦੇ ਵਿੱਚ, ਤੇ ਜਿਹੜੇ ਛੋਟੇ ਸ਼ਹਿਰ ਆ ਉੱਥੇ ਇਹ ਜਿਹੀਆਂ ਸਹੂਲਤਾਂ ਹੈ ਨਹੀਂ। ਉੱਥੇ ਸਫਾਈ ਕਰਮਚਾਰੀਆਂ ਨੂੰ ਰੱਖਿਆ ਜ਼ਰੂਰ ਜਾਂਦਾ ਆ, ਪਰ ਕੰਮ ਉਹਨਾਂ ਕੋਲੋਂ ਇਹੋ ਜਿਹਾ ਲਿਆ ਜਾਂਦਾ ਆ ਜਿਹੜਾ ਅੱਜ ਵੀ ਇਨਸਾਨਾਂ ਲਈ ਨਖੇਦਾ। ਜਿਹੜਾ ਕੰਮ ਹੁਣ ਬਿਲਕੁਲ ਮਸ਼ੀਨੀ ਪ੍ਰਣਾਲੀ ਰਾਹੀਂ ਹੋਣਾ ਚਾਹੀਦਾ ਸੀ, ਉਹ ਅਜੇ ਵੀ ਉਸ ਪ੍ਰਣਾਲੀ ਰਾਹੀਂ ਹੋ ਰਿਹਾ ਆ, ਜਿਸ ਦੇ ਵਿੱਚ ਬਹੁਤੇ ਮਨੁੱਖਾਂ ਨੂੰ ਆਪਣੀ ਜਾਨ ਗਵਾਉਣੀ ਪਈ ਆ, ਯਾਨੀ ਕਿ ਬਹੁਤੇ ਸਫਾਈ ਕਰਮਚਾਰੀਆਂ ਨੂੰ ਆਪਣੀ ਜਾਨ ਗਵਾਉਣੀ ਪਈ ਆ। ਔਰ ਕਈ ਵਾਰੀ ਜ਼ਰੂਰੀ ਨਹੀਂ ਕਿ ਉਹ ਸਫਾਈ ਕਰਮਚਾਰੀ ਹੋਣ, ਕਈ ਵਾਰੀ ਤਾਂ ਕੋਈ ਮਜ਼ਦੂਰੀ ਕਰਨ ਵਾਲੇ ਵੀ
ਇਸ ਗੱਲ ਨੂੰ ਲੈ ਕੇ ਆ ਜਾਂਦੇ ਅੱਗੇ ਵੀ ਚਲੋ ਅਸੀਂ ਕਰਦੇ ਹਾਂ। ਕਈ ਵਾਰੀ ਕਿਸੇ ਦਾ ਕੋਈ ਬੱਚਾ ਗਟਰ 'ਚ ਡਿੱਗ ਪਿਆ, ਕਈ ਵਾਰੀ ਕਿਸੇ ਦਾ ਕੋਈ ਕੀਮਤੀ ਚੀਜ਼ ਗਟਰ 'ਚ ਡਿੱਗ ਪਈ, ਕਈ ਵਾਰੀ ਲੋਕ ਵੀ ਬੁਲਾ ਲੈਂਦੇ ਆ ਵੀ ਜੇ ਆਹ ਸਾਡੀ ਚੀਜ਼ ਡਿੱਗ ਪਈ ਸਾਨੂੰ ਕੱਢ ਕੇ ਦਿਓ। ਉਦੋਂ ਵੀ ਬਹੁਤ ਵਾਰੀ ਇੱਦਾਂ ਹੋਏ ਕੇਸ ਕਿ ਉਹ ਜਿਹੜੇ ਸਫਾਈ ਕਰਮਚਾਰੀ ਸੀਗੇ ਜਾਂ ਫਿਰ ਉਹਨਾਂ ਦੇ ਗਟਰਾਂ ਦੀ ਸਫਾਈ ਕਰਨ ਵਾਲੇ ਸੀ, ਉਹਨਾਂ ਦੀ ਜਾਨ 'ਤੇ ਬਣੇ ਆਈ ਔਰ ਬਹੁਤਿਆਂ ਨੂੰ ਜਾਨ ਤੋਂ ਹੱਥ ਧੋਣੇ ਪਏ ਆ। ਇਹਨਾਂ ਚੀਜ਼ਾਂ ਦੇ ਉੱਤੇ ਕੰਮ ਨਹੀਂ ਹੋਇਆ, ਇਹਨਾਂ ਚੀਜ਼ਾਂ ਦੇ ਉੱਤੇ ਗੱਲਾਂ ਨਹੀਂ ਹੋਈਆਂ। ਇਹ ਸਭ ਤੋਂ ਭੈੜੀ ਸਥਿਤੀ ਜਿਹੜੀ ਆ ਸਾਡੀ ਬਣੀ ਹੋਈ ਹੈ। ਤਾਂ ਇਸ ਕਰਕੇ ਇੰਝ ਲੱਗਦਾ ਹੈ ਕਿ ਅਸੀਂ ਅੱਜ ਦੇ ਯੁੱਗ ਦੇ ਵਿੱਚ ਜਦੋਂ ਵਿਦੇਸ਼ਾਂ ਦੇ ਵਿੱਚ ਸਾਡੇ ਸੀਵਰੇਜ ਪ੍ਰਣਾਲੀਆਂ ਨੇ ਅਸੀਂ ਦੇਖਦੇ ਹਾਂ, ਅਸੀਂ ਕਈ ਅੰਗਰੇਜ਼ੀ ਫਿਲਮਾਂ ਦੋਸਤੋ ਦੇਖੀਆਂ ਨੇ ਜਿਸ ਦੇ ਵਿੱਚ ਸੀਵਰੇਜ ਪ੍ਰਣਾਲੀਆਂ ਇਹੋ ਜਿਹੀਆਂ ਬਣੀਆਂ ਹੋਈਆਂ ਨੇ ਕਿ ਜਿਹਦੇ ਵਿੱਚ ਸ਼ਹਿਰ ਦੇ ਥੱਲੇ ਇਹੋ ਜਿਹੇ ਉਹਨਾਂ ਨੇ ਅੰਡਰਗਰਾਊਂਡ ਜਿਹੜੇ ਗਟਰ ਪਾਈਪ ਪਾਏ ਆ, ਜਾਂ ਜਦੋਂ ਉਹਨਾਂ ਨੂੰ ਦੇਖਿਆ ਜਾਵੇ ਤਾਂ ਕਈ ਵਾਰੀ ਉਹ 'ਚ ਲਾਈਟਾਂ ਲੱਗੀਆਂ ਹੁੰਦੀਆਂ, ਜਗ੍ਹਾ ਜਗ੍ਹਾ 'ਤੇ ਉਹਨਾਂ ਦੇ ਜਿਹੜੇ ਢੱਕਣ ਰੱਖੇ ਉਹਨਾਂ ਦੇ ਉੱਤੇ ਜਾਲੀਆਂ ਲੱਗੀਆਂ ਹੁੰਦੀਆਂ। ਫਿਰ ਉਹਦੀ ਜਗ੍ਹਾ 'ਤੇ ਉਹ ਜਦੋਂ ਜਾਲੀ ਚੱਕਦੇ ਤਾਂ ਥੱਲੇ ਪੌੜੀ ਜਿਹੜੀ ਆ ਉਤਰਦੇ ਉਹ ਥੱਲੇ। ਸਾਡੇ ਤੇ ਪੌੜੀ ਕਿਸੇ ਜਗ੍ਹਾ ਨਹੀਂ ਲੱਗੀ। ਉਹ ਫਿਰ ਜਦੋਂ ਥੱਲੇ ਉਤਰਦੇ ਆ ਤੇ ਅੰਦਰ ਜਿਹੜਾ ਹੈਗਾ ਇੱਕ ਬਹੁਤ ਵੱਡਾ ਹਾਲ ਹੁੰਦਾ ਉਹਨਾਂ ਦੇ, ਉਹ ਐਡਾ ਵੱਡਾ ਹੁੰਦਾ ਜਿਵੇਂ ਗੁਫਾ ਬਣੀ ਹੁੰਦੀ ਹੈ ਤੇ ਗੁਫਾ ਦੇ ਵਿੱਚ ਤੁਸੀਂ ਬੜੇ ਆਰਾਮ ਨਾਲ ਜਾ ਸਕਦੇ ਹੋ। ਉਹ 'ਚ ਪਾਣੀ ਇੰਨਾ ਨਹੀਂ ਹੁੰਦਾ, ਆਰਾਮ ਨਾਲ ਤੁਹਾਡੇ ਵੱਧ ਤੋਂ ਵੱਧ ਜਿਹੜਾ ਆ ਗੋਡਿਆਂ ਤੱਕ ਉਹਦੇ ਵਿੱਚ ਹੁੰਦਾ ਕਿਉਂਕਿ ਸੀਵਰੇਜ ਦੇ ਸਿਸਟਮ ਵਧੀਆ ਉੱਥੇ। ਪਰ ਸਾਡੀ ਸਥਿਤੀ ਅਜਿਹੀ ਬਣੀ ਹੈ ਕਿ ਅਸੀਂ ਆਪਦੇ ਆਪ ਨੂੰ ਆਧੁਨਿਕ ਕਹਾਉਂਦੇ ਹਾਂ, ਨਵੀਂ ਦੁਨੀਆ ਦੇ ਵਿੱਚ ਆ ਚੁੱਕੇ ਹਾਂ। ਨਵੀਂ ਦੁਨੀਆ ਵਿੱਚ ਵੀ ਆ ਕੇ ਸਾਡੇ ਇੱਥੇ ਸੀਵਰੇਜ ਸਿਸਟਮ ਨਹੀਂ ਸੁਧਾਰੇ ਗਏ। ਸਾਡੇ ਤਾਂ ਹਾਲਤ ਇਹ ਹੁੰਦੀ ਆ ਕਿ ਜੇ ਸੜਕਾਂ ਬਣ ਜਾਂਦੀਆਂ ਹੈ ਤੇ ਸੜਕਾਂ ਬਣ ਤੋਂ ਲੋਕ ਬੜੇ ਖੁਸ਼ ਹੋਏ ਹੁੰਦੇ ਆ ਕਿ ਸ਼ੁਕਰ ਹੈ ਕਿ ਸਾਡੀ ਗਲੀ ਮੁਹੱਲੇ ਦੀ ਜਾਂ ਫਲਾਨੀ ਜਿਹੜੀ ਸੜਕ ਹੈਗੀ ਆ ਬਾਜ਼ਾਰ ਦੀ ਉਹ ਬਣ ਗਈ ਆ। ਪਰ ਉਦੋਂ ਹੀ ਪਤਾ ਲੱਗਦਾ ਆ ਜਦੋਂ ਸੀਵਰੇਜ ਵਾਲੇ ਆ ਜਾਂਦੇ ਆ, ਉਦੋਂ ਆ ਕੇ ਉਹ ਪੱਟਣਾ ਸ਼ੁਰੂ ਕਰ ਦਿੰਦੇ ਆ ਤੇ ਫਿਰ ਉਹ ਸੜਕ ਫਿਰ ਨਹੀਂ ਬਣਦੀ ਛੇਤੀ। ਫਿਰ ਲੋਕ ਵਾਕਿਆ ਹੀ ਰੌਲਾ ਪਾਉਂਦੇ ਆ ਕਿ ਇਹ ਕੰਮ ਜਿਹੜੇ ਸੀਗੇ ਉਹ ਸਲੀਕੇ ਨਾਲ ਹੋਣੇ ਚਾਹੀਦੇ ਸੀ, ਤਰੀਕੇ ਨਾਲ ਹੋਣੇ ਚਾਹੀਦੇ ਸੀ। ਦੋਵਾਂ ਦੀ ਆਪਸੀ ਜਿਹੜੀ ਸੀਗੀ ਸਲਾਹ ਦੇ ਨਾਲੇ ਹੋਣਾ ਚਾਹੀਦਾ ਸੀ ਕਿ ਕਦੋਂ ਕੀ ਹੋਣਾ ਚਾਹੀਦਾ। ਜਦੋਂ ਸੜਕ ਬਣ ਗਈ ਉਦੋਂ ਸੀਵਰੇਜ ਵਾਲਿਆਂ ਨੂੰ ਚੇਤਾ ਆ ਗਿਆ ਕਿ ਪਹਿਲਾਂ ਨਹੀਂ ਸੀ ਪਤਾ ਕਿ ਜਿਹੜੇ ਵੱਡੇ ਸ਼ਹਿਰ ਬਣ ਰਹੇ ਆ ਜਾਂ ਬਣਾਏ ਜਾ ਰਹੇ ਆ ਕਿ ਉਹਨਾਂ ਵਿੱਚੋਂ ਉਹ ਬਾਹਰਲੀ ਪ੍ਰਣਾਲੀ ਵਾਲੇ ਗਟਰ ਨਹੀਂ ਬਣਾਏ ਜਾ ਸਕਦੇ ਕਿ ਜਿਨ੍ਹਾਂ ਦੇ ਵਿੱਚ ਗੰਦਗੀ ਲੂਦਗੀ ਇੱਦਾਂ ਦੀ ਫਸੇ ਹੀ ਨਾ ਅਤੇ ਉੱਥੋਂ ਪਾਣੀ ਜਿਹੜਾ ਬੜੇ ਆਰਾਮ ਨਾਲ ਡਰੇਨ ਜਿਹੜਾ ਹੋ ਕੇ ਅੱਗੇ ਚਲਾ ਜਾਵੇ ਜਾਂ ਹੋਰ ਕੂੜਾ ਜਿਹੜਾ ਆ ਉਹ ਡਰੇਨ ਹੋ ਕੇ ਅੱਗੇ ਚਲਾ ਜਾਵੇ। ਪਰ ਲੱਗਦਾ ਹੈ ਕਿ ਇੱਕ ਸਦੀ ਵਿੱਚ ਇਹ ਕੰਮ ਇੱਥੇ ਇੰਡੀਆ 'ਚ ਤਾਂ ਹੋਣ ਦੀ ਸੰਭਾਵਨਾ ਨਹੀਂ ਨਜ਼ਰ ਆ ਰਹੀ। ਫਲਸਰੂਪ ਇਹਨਾਂ ਤਕਲੀਫਾਂ ਦੇ ਨਾਲ ਸਾਰੀ ਜਨਤਾ ਨੂੰ ਵੀ ਦੋ ਚਾਰ ਹੋਣਾ ਪਊਗਾ ਅਤੇ ਇਸੇ ਤਰ੍ਹਾਂ ਦੀਆਂ ਜਿਹੜੀਆਂ ਮੁਸੀਬਤਾਂ ਉਹ ਝੱਲਣੀਆਂ ਪੈਣਗੀਆਂ ਸਫਾਈ ਕਰਮਚਾਰੀਆਂ ਨੂੰ ਵੀ। ਫਿਲਹਾਲ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਗਿਆਸਪੁਰਾ ਤੇ ਮੈਂ ਵਾਪਸ ਆ ਜਾਂਦਾ ਹੈ ਕਿ ਗਿਆਸਪੁਰਾ ਦੇ ਆਸ-ਪਾਸ ਦੀਆਂ ਗਲੀਆਂ ਦੇ ਵਿੱਚ ਇਲੈਕਟ੍ਰੋਪਲੇਟਿੰਗ ਦਾ ਕੰਮ ਹੁੰਦਾ ਹੈ, ਜਿਸ ਵਿੱਚ ਸਾਈਕਲ ਇੰਡਸਟਰੀ ਨਾਲ ਸੰਬੰਧਿਤ ਪਾਰਟਸ ਦੀ ਜਿਹੜੀ ਧੁਆਈ ਹੈ ਉਹ ਕੀਤੀ ਜਾਂਦੀ ਹੈ। ਇਸ ਧੁਆਈ ਲਈ ਖਤਰਨਾਕ ਕੈਮੀਕਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਨੂੰ ਬਾਅਦ ਵਿੱਚ ਸਥਾਨਕ ਇੰਡਸਟਰੀ ਵਾਲੇ ਸੀਵਰੇਜ ਦੇ ਵਿੱਚ ਡਿਸਚਾਰਜ ਕਰ ਦਿੰਦੇ ਨੇ। ਅਤੇ ਹੁਣ ਇਹ ਮਾਮਲਾ ਜਿਹੜਾ ਆ NGT ਦੇ ਹੱਥਾਂ ਦੇ ਵਿੱਚ ਹੈਗਾ ਹੈ ਅਤੇ ਉਸੇ ਦੀ ਰਿਪੋਰਟ ਦੇ ਆਧਾਰ 'ਤੇ ਸਾਬਤ ਹੋਊਗਾ ਕਿ ਇਸ ਮਾਮਲੇ ਦੇ ਵਿੱਚ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨਗਰ ਨਿਗਮ ਕਿੰਨੇ ਜ਼ਿੰਮੇਵਾਰ ਆ। ਔਰ ਕਲੀਅਰ ਹੋਣਾ ਹੀ ਚਾਹੀਦਾ ਨਾ, ਕਿਉਂਕਿ ਨਗਰ ਨਿਗਮ ਦੀ ਜ਼ਿੰਮੇਵਾਰੀ ਪਹਿਲਾਂ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਜ਼ਿੰਮੇਵਾਰੀ ਉਸ ਤੋਂ ਬਾਅਦ। ਦੇਖੇ ਤਾਂ ਸਹੀ ਕਿ ਫਿਰ ਮੈਂ ਗੱਲ ਕਰਦਾ ਕਿ ਧਰਤੀ, ਪਾਣੀ, ਮਨੁੱਖਾਂ, ਜੀਵ ਜੰਤੂਆਂ ਦੀ ਸਿਹਤ ਉੱਤੇ ਮਾੜਾ ਅਸਰ ਤਾਂ ਨਹੀਂ ਪੈ ਰਿਹਾ। ਕਦੇ ਜਾਂਚ ਕੀਤੀ, ਕਦੇ ਪੜਚੋਲ ਕੀਤੀ ਹੈ ਕਿ ਇਹਨਾਂ ਫੈਕਟਰੀਆਂ 'ਚੋਂ ਰਿਸ ਕੇ ਜਾ ਰਿਹਾ ਹੈ ਪਾਣੀ ਜਾਂ ਫੈਕਟਰੀਆਂ ਵਾਲੇ ਕਰ ਕੀ ਰਹੇ। ਕਦੇ ਕਿਸੇ ਫੈਕਟਰੀ ਵਿੱਚ ਇਹ ਸਥਿਤੀ ਦੇਖੀ ਹੈ ਕਿ ਉਹ ਵਾਕਈ ਜ਼ਮੀਨ ਵਿੱਚ ਪਾ ਰਿਹਾ, ਗਟਰਾਂ 'ਚ ਪਾ ਰਿਹਾ, ਨਾਲੀਆਂ 'ਚ ਪਾ ਰਿਹਾ ਅਤੇ ਉਹਦੇ ਨਾਲ ਜਿਹੜੇ ਆ ਹੋਰ ਲੋਕਾਂ ਨੂੰ ਕਿੰਨੀਆਂ ਬਿਮਾਰੀਆਂ ਜਿਹੜੀਆਂ ਲੱਗ ਸਕਦੀਆਂ। ਲੁਧਿਆਣੇ ਵਿੱਚ ਤਾਂ ਜਦੋਂ ਅਸੀਂ ਆਉਂਦੇ ਹਾਂ ਅਤੇ ਉੱਧਰੋਂ ਮੰਡੀ ਗੋਬਿੰਦਗੜ੍ਹ ਅਤੇ ਉੱਧਰੋਂ ਜਲੰਧਰ ਦੀਆਂ ਫੈਕਟਰੀਆਂ ਦੇ ਵਿੱਚੋਂ, ਅਤੇ ਉੱਥੇ ਤਾਂ ਹਾਏ ਤੌਬਾ ਹੋ ਜਾਂਦੀ ਆ, ਕਿੰਨਾ ਪ੍ਰਦੂਸ਼ਣ, ਕਿੰਨੀ ਗੰਦਗੀ ਆ। ਪਰ ਕਿੱਥੇ ਉਹ ਆਪਣੇ ਜਿਹੜੇ ਕੈਮੀਕਲ ਜਾਂ ਆਪਣੀ ਵੇਸਟੇਜ ਨੂੰ ਉਹ ਖਪਾ ਰਿਹਾ, ਇਹਨਾਂ ਦੇ ਉੱਤੇ ਗੱਲ ਕਰਨੀ ਪਊਗੀ, ਨਹੀਂ ਤਾਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਇੱਦਾਂ ਹੀ ਖਿਲਵਾੜ ਹੁੰਦਾ ਰਹੇਗਾ। ਸੋ ਦੋਸਤੋ, ਇਹ ਸੀ ਦੋ ਖਬਰਾਂ ਜਿਨ੍ਹਾਂ ਦੇ ਉੱਤੇ ਗੱਲਬਾਤ ਕੀਤੀ। ਇੱਥੇ ਹੀ ਸਮਾਪਤੀ ਕਰਦੇ ਹਾਂ। ਕੈਮਰਾ ਪਰਸਨ ਜਸ਼ਨਦੀਪ ਦੇ ਨਾਲ ਕਮਲਜੀਤ ਸਿੱਧੂ, ਦਾ ਪੰਜਾਬ ਟਾਕਸ। ਬੈਡ ਹੇਅਰ ਡੇ, ਡੋਂਟ ਵਰੀ, ਅਸੀਂ ਤੁਹਾਡੀ ਹਰ ਜ਼ਰੂਰਤ ਨੂੰ ਸਮਝਦੇ ਹਾਂ। ਸ਼ਹਿਰ ਦੀ ਸਭ ਤੋਂ ਵਧੀਆ ਤੇ ਬਜਟ ਫ੍ਰੈਂਡਲੀ ਹੇਅਰ ਸੈਲੂਨ ਵਿੱਚ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਮਨ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜਸ ਆਰਜੇ ਹੇਅਰ ਸੈਲੂਨ ਤੋਂ। ਸਾਡੇ ਟੈਲੈਂਟਡ ਸਟਾਈਲਿਸਟ ਤੁਹਾਨੂੰ ਆਪਣੀ ਪਸੰਦ ਅਨੁਸਾਰ ਹੇਅਰ ਕੱਟ, ਕਲਰ ਅਤੇ ਸਟਾਈਲ ਦਿੰਦੇ ਨੇ ਜੋ ਤੁਹਾਡੀ ਲੁੱਕ ਨੂੰ ਸੂਟ ਕਰਦਾ ਹੈ।
ਇਸ ਲਈ ਸਿਰਫ ਉੱਚ ਗੁਣਵੱਤਾ ਵਾਲੇ ਪ੍ਰੋਡਕਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਜੋ ਤੁਹਾਡਾ ਸਟਾਈਲ ਤੇ ਖੂਬਸੂਰਤੀ ਰਹੇ ਹਮੇਸ਼ਾ ਬਰਕਰਾਰ। RJ हेयर सलून ਤੁਹਾਨੂੰ ਪ੍ਰੋਵਾਈਡ ਕਰਦਾ ਹੈ हेयर smoothing, keratin hair smoothing, keratin treatments, haircut, hair spas, color corrections, root retouch, highlights, balayage। ਇਸੇ ਦੇ ਨਾਲ ਮੈਨਸ ਸੈਕਸ਼ਨ ਦੇ ਵਿੱਚ ਅਸੀਂ ਪ੍ਰੋਵਾਈਡ ਕਰਦੇ ਹਾਂ ਹੇਅਰ ਕੱਟਸ, ਫੇਡਸ, ਸ਼ੇਵ, ਬੀਅਰਡ ਟ੍ਰਿਮਸ ਐਂਡ ਸਪੈਸ਼ਲੀ ਬੀਅਰਡ ਟ੍ਰਿਮਸ ਵਿਦ ਸੀਜ਼ਰ। ਸਾਡੇ ਕੋਲੇ ਸਾਰਾ ਸਟਾਫ ਬਹੁਤ ਹੀ ਕੁਆਲੀਫਾਈਡ ਹੈ। ਸਾਰੀ ਸਰਵਿਸਿਜ਼ ਵੈਕਸਿੰਗ, ਕੈਰਾਟਿਨ, ਸਮੂਥਨਿੰਗ, ਹਾਈਲਾਈਟਸ, ਐਵਰੀਥਿੰਗ ਵੀ ਪ੍ਰੋਵਾਈਡ ਹੇਅਰ। ਅਸੀਂ ਗਾਰੰਟੀ ਦਿੰਨੇ ਹਾਂ ਕਿ ਸੈਲੂਨ ਤੋਂ ਬਾਹਰ ਨਿਕਲਦੇ ਸਾਰ ਤੁਸੀਂ ਮਹਿਸੂਸ ਕਰੋਗੇ ਥੋੜਾ ਜ਼ਿਆਦਾ ਖੂਬਸੂਰਤ, ਥੋੜਾ ਹੋਰ ਜ਼ਿਆਦਾ ਕੌਨਫੀਡੈਂਟ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਮਨਵੀਰ ਸਿੰਘ ਤੇ ਮੈਂ ਬਰੈਂਪਟਨ ਤੋਂ ਮੂਵ ਹੋਇਆ ਸੀ ਵਿਨੀਪੈਗ ਤੇ ਮੈਂ ਸਰਚ ਕਰਦਾ ਸੀਗਾ ਬੈਸਟ ਹੇਅਰ ਸਲੂਨ ਇਨ ਵਿਨੀਪੈਗ ਤੇ ਮੈਨੂੰ ਪਹਿਲੇ ਨੰਬਰ ਤੇ ਆਇਆ RJ ਹੇਅਰ ਸਲੂਨ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਤਰੁਣ। ਮੈਂ ਤੁਹਾਨੂੰ ਰეკਮੈਂਡ ਕਰਾਂਗਾ ਕਿ RJ ਹੇਅਰ ਸਲੂਨ ਤੇ ਆਓ ਤੇ ਇੱਥੇ ਤੁਹਾਨੂੰ ਆਪਣੇ ਹਰ ਤਰ੍ਹਾਂ ਦੀ ਹੇਅਰ ਸਟਾਈਲਿੰਗ ਔਰ ਬੀਅਰਡ ਸਟਾਈਲਿੰਗ ਮਿਲ ਜੇਗੀ। Hi, my name is Lindsay. I've been coming to RJ Hair Salon since they opened up 4 years ago, and Jazz has always been fantastic with my hair. ਅਸੀਂ ਸਿਰਫ ਹੇਅਰ ਕੱਟ ਨਹੀਂ ਕਰਦੇ ਬਲਕਿ ਤੁਹਾਡੀ ਖੂਬਸੂਰਤੀ ਸਵਾਰਦੇ ਹਾਂ ਕਿਉਂਕਿ ਸਾਡਾ ਮੰਨਣਾ ਹੈ ਜਦੋਂ ਤੁਸੀਂ ਖੁਦ ਨੂੰ ਚੰਗੇ ਲੱਗਦੇ ਹੋ ਤਾਂ ਤੁਹਾਨੂੰ ਸਭ ਚੰਗਾ ਲੱਗਦਾ ਹੈ। Your own saloon, your own style. ਤਾਂ ਇਸ ਨਾਲ ਹੀ ਸਾਡੀ ਅਨਦਰ RJ ਹੇਅਰ ਸਲੂਨ ਦੀ ਬ੍ਰਾਂਚ ਓਪਨ ਹੋ ਰਹੀ ਹੈ ਜਿਹਦੀ ਕਿ ਲੋਕੇਸ਼ਨ ਆ 601 ਮਨਰੋ ਐਵੇਨਿਊ। ਤਾਂ ਤੁਸੀਂ ਉੱਥੇ ਵੀ ਜ਼ਰੂਰ ਵਿਜ਼ਿਟ ਕਰ ਸਕਦੇ ਹੋ। ਈਸਟ ਦੇ ਵਿੱਚ ਰਹਿੰਦੇ ਕਸਟਮਰਸ ਲਈ ਨੇੜੇ ਆ ਤੇ ਸਾਡਾ ਕੰਟੈਕਟ ਨੰਬਰ ਆ 2049988959। ਆਪਣੇ ਵਾਲਾਂ ਦੀ ਸਕਿਨ ਨੂੰ ਦਿਓ ਇੱਕ ਨਵੀਂ ਪਹਿਚਾਨ। ਅੱਜ ਹੀ ਕਾਲ ਕਰੋ ਜਾਂ ਵਿਜ਼ਿਟ ਕਰੋ RJ ਹੇਅਰ ਸੈਲੂਨ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਏ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਆ। ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ, ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਏ ਦੀ ਕ੍ਰੈਡਿਟਡ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ ਐਮਪੀਏ ਨੂੰ। ਇੱਥੇ ਹੀ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਹਾਂ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ, ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨ ਆ, ਟਰੱਕ, SUV, ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਆ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। ਐਮਪੀਏ ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ ਐਮਪੀ ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ, ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋ ਬਾਡੀ ਵਾਲਿਆਂ ਕੋਲ ਆਇਆ ਤੇ MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋ ਬਾਡੀ 64 ਸਾਲਟਰ ਸਟਰੀਟ ਵਿਨੀਪੈਗ MB ਕੈਨੇਡਾ ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300। ਕੀ
ਤੁਸੀਂ ਆਪਣੇ ਕਾਰੋਬਾਰ ਵਿੱਚ ਟਰਾਂਸਪੋਰਟੇਸ਼ਨ ਲਈ ਇੱਕ ਭਰੋਸੇਯੋਗ ਸਾਥੀ ਦੀ ਭਾਲ ਕਰ ਰਹੇ ਹੋ ਤਾਂ ਤੁਹਾਨੂੰ ਲੋੜ ਹੈ ਮਹਿਤੋਜ ਗਰੁੱਪ ਲਿਮਟਿਡ ਦੀ, ਜੋ ਕਿ ਹਨ ਭਰੋਸੇਮੰਦ, ਕੁਸ਼ਲ ਤੇ ਕਿਫਾਇਤੀ। ਸਾਡੇ ਮਾਹਿਰਾਂ ਦੀ ਟੀਮ ਯਕੀਨੀ ਬਣਾਉਂਦੀ ਹੈ ਕਿ ਤੁਹਾਡੇ ਸਾਮਾਨ ਨੂੰ ਸਮੇਂ ਸਿਰ ਆਪਣੀ ਮੰਜ਼ਿਲ ਤੇ ਪਹੁੰਚਾਇਆ ਜਾ ਸਕੇ। ਸਾਡੇ ਉન્નਤ ਟਰੈਕਿੰਗ ਸਿਸਟਮ ਨਾਲ ਤੁਸੀਂ ਆਪਣੀਆਂ ਕੀਮਤੀ ਚੀਜ਼ਾਂ ਨੂੰ ਟਰੈਕ ਵੀ ਕਰ ਸਕਦੇ ਹੋ। We are a safety-first company with a strong commitment to drivers' well-being. Based in Winnipeg Centreport District, Matage is a great place to begin your career and take it to new heights. So my name's Rick. I've been working here for several years now. Mostly what we do inside the shop is we do lots of safeties, lots of repairs, brake jobs, and lots of warranty work on the Freightliners. We do lots of servicing inside the shop, trucks, trailers, lots of lighting problems and stuff like that. It's a good company to work for. ਵੇਅਰਹਾਊਸਿੰਗ ਤੇ ਡਿਸਟ੍ਰੀਬਿਊਸ਼ਨ ਤੋਂ ਲੈ ਕੇ ਡਿਲੀਵਰੀ ਤੱਕ ਸਾਡੇ ਕੋਲ ਤੁਹਾਡੀਆਂ ਸਾਰੀਆਂ ਆਵਾਜਾਈ ਲੋੜਾਂ ਨੂੰ ਸੰਭਾਲਣ ਲਈ ਤਜਰਬਾ ਤੇ ਬੁਨਿਆਦੀ ਢਾਂਚਾ ਹੈ। ਲੌਜਿਸਟਿਕਸ ਨੂੰ ਆਪਣੇ ਕਾਰੋਬਾਰ ਨੂੰ ਰੋਕਣ ਨਾ ਦਿਓ। ਸਾਨੂੰ ਭਾਰੀ ਲਿਫਟਿੰਗ ਨੂੰ ਸੰਭਾਲਣ ਦਿਓ ਤਾਂ ਜੋ ਤੁਸੀਂ ਧਿਆਨ ਕੇਂਦਰਿਤ ਕਰ ਸਕੋ ਆਪਣੇ ਕਾਰੋਬਾਰ ਤੇ। ਮਹਿਤੋਜ ਗਰੁੱਪ ਲਿਮਟਿਡ ਨੂੰ ਬਣਾਓ ਆਪਣਾ ਮਦਦਗਾਰ ਤਾਂ ਜੋ ਤੁਸੀਂ ਨਿਸ਼ਚਿਤ ਹੋ ਕੇ ਸੰਭਾਲ ਸਕੋ ਆਪਣਾ ਕਾਰੋਬਾਰ। ਸਕਰੀਨ ਤੇ ਦਿੱਤੇ ਨੰਬਰਾਂ ਉੱਤੇ ਅੱਜ ਹੀ ਸੰਪਰਕ ਕਰੋ। ਜਦੋਂ ਯੂਐਸ ਅਤੇ ਕੈਨੇਡਾ ਵਿਚਕਾਰ ਸਰਹੱਦ ਪਾਰ ਸ਼ਿਪਿੰਗ ਦੀ ਗੱਲ ਆਉਂਦੀ ਹੈ ਤਾਂ ਤੁਹਾਨੂੰ ਲੋੜ ਹੈ ਅਜਿਹੀ ਕੰਪਨੀ ਦੀ ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜਿਸ ਕੋਲ ਕੰਮ ਨੂੰ ਸਹੀ ਢੰਗ ਨਾਲ ਕਰਨ ਦਾ ਅਨੁਭਵ, ਮੁਹਾਰਤ ਅਤੇ ਸਰੋਤ ਹੋਣ। ਤੁਹਾਨੂੰ ਲੋੜ ਹੈ ਫੋਰਟਰੈਕਸ ਦੀ। ਉੱਤਰੀ ਅਮਰੀਕਾ ਵਿੱਚ ਪ੍ਰਮੁੱਖ ਕ੍ਰਾਸ ਬਾਰਡਰ ਟਰੱਕਿੰਗ ਲਈ ਸਭ ਤੋਂ ਭਰੋਸੇਮੰਦ ਅਤੇ ਤਜਰਬੇਦਾਰ ਕੰਪਨੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਫੋਰਟਰੈਕਸ, ਤੁਹਾਡੀ ਆਪਣੀ ਨਾਰਥ ਅਮਰੀਕਾ ਵਾਈਡ ਕੰਪਨੀ। ਫੋਰਟਰੈਕਸ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਕੈਨੇਡਾ ਵਾਈਡ ਅਤੇ ਕ੍ਰਾਸ ਬਾਰਡਰ ਟਰਾਂਸਪੋਰਟ ਸਰਵਿਸਿਜ਼, ਜਿੱਥੇ ਕਿ ਡੈਡੀਕੇਟਿਡ ਰਨਸ ਕੈਲੀਫੋਰਨੀਆ ਤੇ ਟੈਕਸਸ ਦੇ ਨਾਲ ਕੈਨੇਡਾ ਵਾਈਡ ਫਲੈਕਸੀਬਲ ਵਰਕ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ। ਸਾਡੀ ਡਿਸਪੈਚ ਟੀਮ ਕੰਜ਼ਿਊਮਰ ਅਤੇ ਕਸਟਮਰ ਦੋਨਾਂ ਲਈ ਹੀ 24 ਆਵਰ ਕੰਮ ਕਰਦੀ ਹੈ ਅਤੇ ਇਸੇ ਦੇ ਨਾਲ ਹੀ 24 ਆਵਰ ਰੋਡ ਸਾਈਡ ਅਸਿਸਟੈਂਸ ਸਾਡੇ ਡਰਾਈਵਰ ਵੀਰਾਂ ਵਾਸਤੇ ਉਪਲਬਧ ਕੀਤੀ ਜਾਂਦੀ ਹੈ, ਜਿੱਥੇ ਕਿ ਯਾਰਡ ਦੇ ਵਿੱਚ ਹੀ ਤੁਹਾਨੂੰ ਸਕੇਲ, ਕ੍ਰਾਸ ਟਾਕ ਅਤੇ ਫਿਊਲ ਸਟੇਸ਼ਨ ਦੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ। ਤੁਹਾਡਾ ਸਮਾਨ, ਪਿਆਰ ਤੇ ਵਿਸ਼ਵਾਸ ਕਿੰਨਾ ਜ਼ਿਆਦਾ ਕੀਮਤੀ ਹੈ, ਇਸ ਗੱਲ ਨੂੰ ਫੋਰਟਰੈਕਸ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਅਸੀਂ ਇਸ ਨੂੰ ਬਹੁਤ ਸਾਵਧਾਨੀ ਤੇ ਧਿਆਨ ਨਾਲ ਤੁਹਾਡੇ ਆਪਣਿਆਂ ਤੱਕ ਪਹੁੰਚਾਉਂਦੇ ਹਾਂ। ਸਾਡੀ ਆਧੁਨਿਕ ਟਰੈਕਿੰਗ ਟੈਕਨੋਲੋਜੀ ਦੀ ਮਦਦ ਨਾਲ ਤੁਸੀਂ ਆਪਣੀ ਸ਼ਿਪਮੈਂਟ ਨੂੰ ਟਰੈਕ ਕਰ ਸਕਦੇ ਹੋ। ਇਸ ਲਈ ਭਾਵੇਂ ਮੰਜ਼ਿਲ ਕਿੰਨੀ ਹੀ ਦੂਰ ਕਿਉਂ ਨਾ ਹੋਏ, ਫੋਰਟਰੈਕਸ ਤੁਹਾਡਾ ਪਿਆਰ ਤੁਹਾਡੇ ਆਪਣਿਆਂ ਤੱਕ ਪਹੁੰਚਾਉਣ ਲਈ ਹੈ ਹਮੇਸ਼ਾ ਤਿਆਰ। ਅੱਜ ਹੀ ਸਾਡੀ ਡਰਾਈਵਰਾਂ, ਵੇਅਰਹਾਊਸਾਂ ਅਤੇ ਲੌਜਿਸਟਿਕ ਮਾਹਿਰਾਂ ਦੇ ਵਿਆਪਕ ਨੈਟਵਰਕ ਨਾਲ ਜੁੜੋ ਤੇ ਆਪਣੇ ਕਾਰੋਬਾਰ ਨੂੰ ਉਚੇਰੇ ਪੱਧਰ ਤੇ ਲੈ ਜਾਓ। ਫੋਰਟਰੈਕਸ ਤੁਹਾਡਾ ਭਰੋਸਾ ਹਮੇਸ਼ਾ ਬਰਕਰਾਰ ਰੱਖਦੀ ਆਈ ਹੈ ਤੇ ਹਮੇਸ਼ਾ ਰੱਖੇਗੀ। ਹੋਰ ਜਾਣਨ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰੋ। ਉਹ ਕਿੱਦਾਂ ਓਏ ਆਪਣੀ ਅਲਾਈਨਮੈਂਟ ਚੈੱਕ ਕਰਾ, ਮੈਂ ਤੇ ਸਿੱਧਾ। ਉਹ ਯਾਰ ਆਪਣੀ ਤੇ ਨਹੀਂ, ਪਰ ਆਪਣੇ ਟਰੱਕ ਦੀ ਅਲਾਈਨਮੈਂਟ ਕਰਾਣੀ ਹੈ ਤੇ ਆਪਣੇ ਦੂਜੇ ਟਰੱਕ ਦੇ ਨਵੇਂ ਟਾਇਰ ਵੀ ਪਵਾਉਣੇ ਨੇ। ਫੇਰ ਤੇ ਤੂੰ ਬਸ ਇੱਕੋ ਜਗ੍ਹਾ ਜਾ, ਬੂਸਟ ਟਰੱਕ ਐਂਡ ਟ੍ਰੇਲਰ ਰਿਪੇਅਰ ਲਿਮਟਿਡ। ਪਿਛਲੇ 1 ਸਾਲ ਤੋਂ ਇਹ ਆਪਣੀ ਸ਼ਾਪ ਚਲਾ ਰਹੇ ਨੇ। ਇਹਨਾਂ ਕੋਲ ਹਰ ਤਰ੍ਹਾਂ ਦੇ ਬ੍ਰਾਂਡ ਦੇ ਟਾਇਰਸ ਅਵੇਲੇਬਲ ਨੇ ਤੇ ਇਹ ਬੈਸਟ ਸਰਵਿਸ ਪ੍ਰੋਵਾਈਡ ਕਰਦੇ ਨੇ। ਡਿਲੀਵਰੀ ਵੀ ਟਾਈਮ ਸਿਰ ਕਰ ਦਿੰਦੇ ਨੇ ਤੇ ਅਲਾਈਨਮੈਂਟ, ਓਏ ਇਹਨਾਂ ਕੋਲ ਹਾਈ ਟੈਕਨੋਲੋਜੀ ਨਾਲ ਲੈਸ ਅਲਾਈਨਮੈਂਟ ਮਸ਼ੀਨ ਹੈ, ਜੋ ਕਿ ਮੈਨੀਟੋਬਾ ਦੀ ਫਰਸਟ ਅਲਾਈਨਮੈਂਟ ਮਸ਼ੀਨ ਹੈ। ਇਹਨਾਂ ਦਾ ਤੇ ਸਗੋਂ ਸਲੋਗਨ ਵੀ ਇਹ ਹੈ, ਸੇਫ ਟਾਇਰ ਸੇਫ ਮਨੀ। ਟਾਈਮ ਤਾਂ ਨਹੀਂ ਜ਼ਿਆਦਾ ਲਾਉਂਦੇ ਓ ਭਾਈ, 24 ਘੰਟੇ 7 ਦਿਨ ਡਰਾਈਵ ਥਰੂ ਸਰਵਿਸ ਅਵੇਲੇਬਲ ਹੈ। ਬਸ 45 ਮਿੰਟ 'ਚ ਤੁਹਾਡਾ ਕੰਮ ਡਨ। ਐਂਡ ਸਭ ਤੋਂ ਖਾਸ ਗੱਲ, ਨੈਸ਼ਨਲ ਅਕਾਊਂਟ ਹੋਲਡਰਸ ਵੀ ਪ੍ਰੋਵਾਈਡ ਕਰਦੇ ਨੇ। ਇਹ ਐਨੂਅਲ ਸੇਫਟੀ ਕਰਕੇ ਦਿੰਦੇ ਨੇ, ਯਾਨੀ ਕਿ ਟਰੱਕ ਨਾਲ ਰਿਲੇਟ ਹਰ ਨਿੱਕਾ ਵੱਡਾ ਕੰਮ ਓਕੇ ਰਿਪੋਰਟ ਕਰਕੇ ਦਿੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਬਲਕਰਨ ਸਿੰਘ, ਬੂਸਟ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ ਵਿਨੀਪੈਗ ਤੋਂ। ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਵਨ ਰੂਫ ਦੇ ਥੱਲੇ ਹੀ ਮਲਟੀਪਲ ਸਰਵਿਸ ਲਾਈਕ ਮਕੈਨੀਕਲ ਵਰਕ, ਅਲਾਈਨਮੈਂਟ, ਵੀਲ ਬੈਲੈਂਸ, ਟਾਇਰ ਸਰਵਿਸ। ਤਾਂ ਅਸੀਂ ਹੁਣ ਤੁਹਾਡੇ ਲਈ ਇੱਕ ਛੱਤ ਦੇ ਥੱਲੇ ਹੀ ਇਹ ਸਾਰੀਆਂ ਸਰਵਿਸ ਪ੍ਰੋਵਾਈਡ ਕਰਵਾਵਾਂਗੇ। ਤੁਹਾਡਾ ਵਿਸ਼ਵਾਸ ਸਾਡੀ ਤਾਕਤ। ਹੈਲੋ ਗਾਇਜ਼, ਅੱਜ ਆਪਾਂ ਇਸ ਟਰੱਕ ਦੀ ਮੇਨ ਸੀਲ ਅਤੇ ਆਇਲ ਪੈਨ ਰਿਪਲੇਸ ਕਰ ਰਹੇ ਹਾਂ। ਖੁਦਾ ਨਾ ਖਾਸਤਾ ਕਦੇ ਵੀ ਤੁਹਾਡੇ ਟਰੱਕ ਨੂੰ ਕੋਈ ਵੀ ਇਦਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਕਦੇ ਨਾ ਭੁੱਲੋ ਬੂਸਟ ਟਰੱਕ ਐਂਡ ਟ੍ਰੇਲਰ ਇਨ ਵਿਨੀਪੈਗ। ਉਹ ਐਡਰੈਸ ਵੀ ਦੱਸ ਦੇ ਹੁਣ। ਯੂਨਿਟ 611 ਵਰਵਿਨ ਡਰਾਈਵ, ਰੋਜ਼ਰ, ਮੈਨੀਟੋਬਾ, ROH 1E0 ਜਾਂ ਤੂੰ repair@boosttrucktrailer.com ਤੇ ਲੌਗਇਨ ਵੀ ਕਰ ਸਕਦਾ ਹੈ। ਉਹ ਚੰਗਾ, ਮੈਂ ਚੱਲਦਾ ਉੱਥੇ। ਸੁਣ,
ਦੀ ਪੰਜਾਬ ਟਾਕਸ ਦਾ ਰੈਫਰੈਂਸ ਦੇ ਦੀ $25 ਦਾ ਗਿਫਟ ਕਾਰਡ ਵੀ ਮਿਲੇਗਾ। ਚੰਗਾ।